healthy life, healthy life। ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਂਦੇ ਹਾਂ ਸਿਹਤ ਮਾਹਿਰਾਂ ਦੇ ਨਾਲ। ਅਤੇ ਅੱਜ ਸਾਡੇ ਜੋ ਮਹਿਮਾਨ ਨੇ ਉਹ ਨੇ ਡਾਕਟਰ ਦਮਨਜੀਤ ਸੰਧੂ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਾਈਕੋਲੋਜੀ ਡਿਪਾਰਟਮੈਂਟ ਦੇ ਵਿੱਚ ਬਤੌਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅਤੇ ਅੱਜ ਸਾਡੇ ਨਾਲ ਇੱਥੇ ਜੁੜਨ ਦੇ ਵਾਸਤੇ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਧੰਨਵਾਦ ਜੀ। ਤਾਂ ਡਾਕਟਰ ਸਾਹਿਬ, ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਮੈਂਟਲ ਹੈਲਥ ਆਖਿਰ ਹੈ ਕੀ? ਜੇ ਅਸੀਂ ਮੈਂਟਲ ਹੈਲਥ ਨੂੰ ਡਿਫਾਈਨ ਕਰਨਾ ਹੋਏ ਤਾਂ ਸਿਗਮੰਡ ਫਰੋਇਡ ਨੇ ਬਹੁਤ ਸੋਹਣਾ ਇਹਨੂੰ ਦੱਸਿਆ ਹੈ। ਟੂ ਬੀ ਨੋਰਮਲ ਇਜ਼ ਟੂ ਬੀ ਏਬਲ ਟੂ ਲਵ ਐਂਡ ਵਰਕ। ਲਵ ਮੀਨਸ ਆਪਣੇ ਨਾਲਦਿਆਂ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਜਿਨ੍ਹਾਂ ਲੋਕਾਂ ਨਾਲ ਤੁਸੀਂ ਰਹਿ ਰਹੇ ਹੋ, ਆਪਣੀ ਡੇਲੀ ਲਾਈਫ ਬਤੀਤ ਕਰ ਰਹੇ ਹੋ, ਉਹਨਾਂ ਨਾਲ ਤੁਹਾਡੇ ਰਿਲੇਸ਼ਨਸ਼ਿਪਸ ਠੀਕ ਨੇ, ਕੋਈ ਮੇਜਰ ਤੁਹਾਡੀਆਂ ਇੰਟਰਪਰਸਨਲ ਇਸ਼ੂਜ਼ ਨਹੀਂ ਨੇ, ਜਿਸ ਤਰ੍ਹਾਂ ਐਂਗਰ, ਅਗਰੈਸ਼ਨ, ਵਾਇਲੈਂਸ ਜਾਂ ਕੋਈ ਨਾ ਕੋਈ ਹੋਰ ਉਹਨਾਂ ਲਈ ਤੁਸੀਂ ਪ੍ਰੋਬਲਮਸ ਕ੍ਰੀਏਟ ਕਰਨਾ, ਲੜਾਈ ਝਗੜਾ ਕਰਨਾ। ਸੈਕਿੰਡ ਇਜ਼ ਵਰਕ। ਵਰਕ ਮੀਨਸ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਤੁਹਾਡੇ ਜੋ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਨੇ, ਚਾਹੇ ਉਹ ਆਫਿਸ ਦੇ ਵਿੱਚ ਨੇ, ਚਾਹੇ ਤੁਹਾਡੇ ਘਰ ਦੇ ਵਿੱਚ ਨੇ, ਜੋ ਤੁਹਾਡੀਆਂ ਡੇਲੀ ਜ਼ਿੰਮੇਵਾਰੀਆਂ ਨੇ ਉਹ ਤੁਸੀਂ ਨਿਭਾ ਰਹੇ ਹੋ ਠੀਕ ਤਰੀਕੇ ਨਾਲ, ਦੈਨ ਆਈ ਕੈਨ ਸੇ ਦੈਟ ਉਹ ਇੱਕ ਨੋਰਮਲ ਮੈਂਟਲ ਹੈਲਥ ਹੈ। ਇਹਦੇ ਵਿੱਚ 3 ਚੀਜ਼ਾਂ ਨੇ ਜਿਹੜੀਆਂ ਕਿ ਨੋਰਮਲ ਮੈਂਟਲ ਹੈਲਥ ਨੂੰ ਇਨਫਲੂਐਂਸ ਕਰਦੀਆਂ ਨੇ। ਵਨ ਇਜ਼ ਯੋਰ ਥਾਟਸ। ਥਾਟਸ ਇਜ਼ ਕਿ ਤੁਸੀਂ ਕੀ ਸੋਚ ਰਹੇ ਹੋ, ਤੁਹਾਡੀਆਂ ਸੋਚਾਂ ਕਿਸ ਤਰ੍ਹਾਂ ਦੇ ਨੇ। ਸੈਕਿੰਡ ਇਜ਼ ਯੋਰ ਫੀਲਿੰਗਸ ਜਾਂ ਤੁਹਾਡੀਆਂ ਇਮੋਸ਼ਨਸ, ਤੁਹਾਡੀਆਂ ਭਾਵਨਾਵਾਂ। ਜੇ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸੈਡਨੈਸ ਹੈ ਜਾਂ ਬਹੁਤ ਜ਼ਿਆਦਾ ਜੈਲਸੀ ਹੈ, ਐਂਗਰ ਹੈ, ਜਾਂ ਥਰਡ ਹੈ ਯੋਰ ਬਿਹੇਵੀਅਰ, ਕਿ ਤੁਸੀਂ ਕਿਸ ਤਰ੍ਹਾਂ ਵਿਚਰ ਰਹੇ ਹੋ ਸਮਾਜ ਦੇ ਵਿੱਚ ਆਪਣੇ ਨਾਲਦਿਆਂ ਦੇ ਨਾਲ। ਤੁਹਾਡਾ ਬਿਹੇਵੀਅਰ ਜੋ ਹੈ ਉਹ ਇੱਕ ਹੈਲਦੀ ਬਿਹੇਵੀਅਰ ਹੈ, ਕੋਈ ਤੁਸੀਂ ਰਿਸਕੀ ਐਕਟੀਵਿਟੀਜ਼ ਨਹੀਂ ਕਰ ਰਹੇ, ਤੁਸੀਂ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਨਹੀਂ ਇਨਵੋਲਵਡ ਜਿਹਦੇ ਕਰਕੇ ਤੁਹਾਨੂੰ ਜਾਂ ਤੁਹਾਡੇ ਨਾਲਦਿਆਂ ਨੂੰ ਕੋਈ ਨਾ ਕੋਈ ਪ੍ਰੋਬਲਮਸ ਵਿੱਚ ਆਉਣਾ ਪੈ ਜਾਏ। ਦੈਨ ਆਈ ਵੁੱਡ ਸੇ ਕਿ ਤੁਸੀਂ ਮੈਂਟਲੀ ਹੈਲਦੀ ਹੋ। ਐਂਡ ਲਾਸਟ ਬਟ ਨਾਟ ਦ ਲੀਸਟ, ਇਹਦੇ ਵਿੱਚ ਇੱਕ ਸੋਸ਼ਲ ਕੰਟਰੀਬਿਊਸ਼ਨ ਬਹੁਤ ਇੰਪੋਰਟੈਂਟ ਫੈਕਟਰ ਹੈ। ਹੈਲਦੀ ਮੈਂਟਲੀ ਇੱਕ ਉਹ ਪਰਸਨ ਹੈ ਕਿ ਜਿਹੜਾ ਆਪਣੇ ਸਮਾਜ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੀਬਿਊਟ ਕਰ ਰਿਹਾ ਹੈ, ਉਹਦੇ ਵਿੱਚ ਕੁਛ ਨਾ ਕੁਛ ਐਡ ਕਰ ਰਿਹਾ ਹੈ, ਵੈਲਿਊ ਐਡੀਸ਼ਨ ਕਰ ਰਿਹਾ ਹੈ। ਜੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ। ਅਤੇ ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਮੈਂਟਲ ਹੈਲਥ ਦੇ ਜਿਹੜੇ ਇਸ਼ੂ ਆਉਂਦੇ ਨੇ ਉਹ ਹੁੰਦੇ ਕੀ ਨੇ ਜੀ? ਇਹਦੇ ਵਿੱਚ ਬਹੁਤ ਸਾਰੀਆਂ ਡਿਫਰੈਂਟ ਕਲਾਸੀਫਿਕੇਸ਼ਨਸ ਨੇ ਜੋ ਕਿ ICD ਨੇ, WHO ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤੀਆਂ ਨੇ। ਬਟ ਜ਼ਿਆਦਾ ਜੋ ਅਸੀਂ ਦੇਖਣ 'ਚ ਆਏ ਹਾਂ ਕਿ ਕਾਮਨ ਮੈਂਟਲ ਡਿਸਆਰਡਰਸ ਬਹੁਤ ਜ਼ਿਆਦਾ ਵੱਧ ਗਏ ਨੇ, ਜਿਸ ਤਰ੍ਹਾਂ ਐਂਗਜ਼ਾਈਟੀ ਹੈ, ਡਿਪਰੈਸ਼ਨ ਹੈ, ਅਤੇ ਜੋ ਅੱਜ ਕੱਲ੍ਹ ਅਸੀਂ ਸਿਨੈਰੀਓ ਦੇਖ ਰਹੇ ਹਾਂ ਸੁਸਾਈਡ ਬਹੁਤ ਜ਼ਿਆਦਾ ਵੱਧ ਗਿਆ ਹੈ। ਤਾਂ ਡਾਕਟਰ ਸਾਹਿਬ, ਜੇ ਇਹ ਇੰਨੀ ਜ਼ਿਆਦਾ ਫਿਕਰ ਕਰਨ ਵਾਲੀ ਗੱਲ ਹੈ ਤਾਂ ਆਖਿਰ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰਦੇ ਹੀ ਕਿਉਂ ਨੇ? ਇਹਦੇ ਵਿੱਚ ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਫੈਕਟਰ ਹੈ ਕਿ ਲੈਕ ਆਫ ਅਵੇਅਰਨੈਸ, ਲੈਕ ਆਫ ਐਜੂਕੇਸ਼ਨ ਅਬਾਊਟ ਵਾਟ ਇਜ਼ ਮੈਂਟਲ ਹੈਲਥ। ਲੋਕਾਂ ਨੂੰ ਇਨਫੋਰਮੇਸ਼ਨ ਹੀ ਨਹੀਂ ਆ ਕਿ ਮੈਂਟਲ ਹੈਲਥ ਪ੍ਰੋਬਲਮਸ ਕਿਸ ਤਰ੍ਹਾਂ ਦੀਆਂ ਨੇ ਅਤੇ ਕੀ ਇਹਦੇ ਸਿੰਪਟਮਸ ਨੇ, ਅਤੇ ਜੋ ਉਹਨਾਂ ਨਾਲ ਹੋ ਰਿਹਾ ਹੈ ਐਕਚੁਅਲੀ ਉਹ ਇੱਕ ਮੈਂਟਲ ਹੈਲਥ ਇਸ਼ੂ ਹੈ ਜਿਹਦੇ ਕਰਕੇ ਉਹਨਾਂ ਨੂੰ ਕਿਸੇ ਹੈਲਪ ਲੈਣੀ ਜ਼ਰੂਰੀ ਹੈ। ਨੋਰਮਲੀ ਲੋਕਾਂ ਦੇ ਮਾਈਂਡ ਵਿੱਚ ਜੇ ਅਸੀਂ ਮੈਂਟਲ ਹੈਲਥ ਦੀ ਗੱਲ ਕਰੀਏ ਅਤੇ ਜੇ ਉਹਨਾਂ ਨੂੰ ਪੁੱਛੀਏ ਕਿ ਥਿੰਕ ਆਫ ਅ ਪਰਸਨ ਹੂ ਹੈਜ਼ ਅ ਮੈਂਟਲ ਹੈਲਥ ਇਸ਼ੂ ਜਾਂ ਮੈਂਟਲ ਹੈਲਥ ਪ੍ਰੋਬਲਮ ਫੇਸ ਕਰ ਰਿਹਾ ਹੈ, ਨੋਰਮਲੀ ਉਹਨਾਂ ਦੇ ਦਿਮਾਗ 'ਚ ਕਿਸ ਤਰ੍ਹਾਂ ਦਾ ਬੰਦਾ ਆਏਗਾ ਜੋ ਕਿ ਮੈਂਟਲ ਹੌਸਪੀਟਲ ਦੇ ਵਿੱਚ ਚੇਨਾਂ ਨਾਲ ਬੰਨਿਆ ਹੋਇਆ ਹੈ। ਸੋ ਲੋਕਾਂ ਨੂੰ ਇਹ ਅੰਡਰਸਟੈਂਡਿੰਗ ਹੀ ਨਹੀਂ ਹੈ ਲੋਕਾਂ ਦੇ ਵਿੱਚ ਕਿ ਅਸੀਂ ਆਪਣੇ ਡੇਲੀ ਲਾਈਫ ਦੇ ਵਿੱਚ ਜਿਹੜੇ ਵੀ ਲੋਕ ਰਹਿ ਰਹੇ ਨੇ ਤੁਹਾਡੇ ਆਲੇ ਦੁਆਲੇ, ਜਾਂ ਜਿਹੜੇ ਲੋਕਾਂ ਨਾਲ ਤੁਸੀਂ ਰਹਿ ਰਹੇ ਹੋ, ਨੋਰਮਲ ਤੁਹਾਨੂੰ ਲੱਗਣਗੇ ਬਾਹਰੋਂ ਦੇਖਣ 'ਚ, ਬਟ ਅੰਦਰ ਹੀ ਅੰਦਰ ਉਹਨਾਂ ਦੇ ਵਿੱਚ ਕੁਛ ਨਾ ਕੁਛ ਸਿਮਰ ਹੋ ਰਿਹਾ ਹੈ। ਕੋਈ ਐਂਗਜ਼ਾਈਟੀ ਹੈ ਉਹਨਾਂ ਨੂੰ, ਕੋਈ ਡਿਪਰੈਸ਼ਨ ਹੈ। ਸੋ ਸੈਕਿੰਡਲੀ ਆਈ ਵੁੱਡ ਸੇ ਕਿ ਇੱਕ ਸਟਿਗਮਾ ਬੜਾ ਹੈ ਇਸ ਚੀਜ਼ ਦੇ ਬਾਰੇ ਸਾਡੀ ਸੁਸਾਇਟੀ ਵਿੱਚ, ਕਿਉਂਕਿ ਪਹਿਲਾਂ ਇਹਨੂੰ ਜਾਣਿਆ ਜਾਂਦਾ ਸੀਗਾ ਕਿ ਕਿਸੇ ਨੂੰ ਜੇ ਮੈਂਟਲ ਹੈਲਥ ਪ੍ਰੋਬਲਮ ਹੈ ਉਹਨੂੰ ਕੋਈ ਭੂਤ ਚਿੰਬੜੇ ਨੇ, ਚੁੜੇਲ ਚਿੰਬੜੀ ਹੈ, ਅਤੇ ਤਾਂਤਰਿਕਾਂ ਕੋਲ, ਬਾਬਿਆਂ ਕੋਲ ਇਹਦਾ ਇਲਾਜ ਕਰਵਾਇਆ ਜਾਂਦਾ ਸੀਗਾ। ਸੋ ਇੱਕ ਸਟਿਗਮਾ ਹੋਣ ਕਰਕੇ ਇਸ ਦੇ ਬਾਰੇ ਓਪਨ ਕਨਵਰਸੇਸ਼ਨਸ ਨਹੀਂ ਹੁੰਦੀਆਂ ਸੀਗੀਆਂ। ਬਟ ਰੀਸੈਂਟਲੀ ਆਈ ਵੁੱਡ ਸੇ ਕਿ ਜਿਸ ਤਰ੍ਹਾਂ ਮੈਨੀ ਸੈਲੀਬ੍ਰਿਟੀਜ਼ ਹੈਵ ਕਮ ਅਪ, ਬਹੁਤ ਸਾਰੇ ਐਸੇ ਲੋਕ ਨੇ ਜੋ ਕਿ ਲਾਈਫ 'ਚ ਬਹੁਤ ਸਕਸੈਸਫੁਲ ਪੋਜੀਸ਼ਨਸ 'ਤੇ ਪਹੁੰਚੇ ਹੋਏ ਨੇ, ਉਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ ਅਤੇ ਉਹਦੇ ਨਾਲ ਹੁਣ ਥੋੜ੍ਹਾ ਜਿਹਾ ਇੱਕ ਇਨਫੋਰਮੇਸ਼ਨ ਹੈ, ਅਵੇਅਰਨੈਸ ਹੈ, ਉਹ ਸਪਰੈਡ ਹੋ ਰਹੀ ਹੈ। ਅਤੇ ਡਾਕਟਰ ਸਾਹਿਬ, ਇਹ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਆਖਿਰ ਜਿਹੜੀਆਂ ਇਹ ਪ੍ਰੋਬਲਮਸ ਆਉਂਦੀਆਂ ਨੇ, ਇਹ ਜੋ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਨੇ, ਇਹਨਾਂ ਦਾ ਆਖਿਰ ਕਾਰਨ ਕੀ ਹੁੰਦਾ ਜੀ? ਇਹਦੇ ਵਿੱਚ ਬਹੁਤ ਸਾਰੇ ਕਾਰਨ ਨੇ। ਜੈਨੇਟਿਕਸ ਇੱਕ ਹੈ ਰੀਜ਼ਨ ਕਿ ਜੇ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਮੈਂਟਲ ਹੈਲਥ ਪ੍ਰੋਬਲਮ ਹੈ ਤੇ ਕਾਫੀ ਲਾਈਕਲੀਹੁੱਡ ਹੈ, ਕਾਫੀ ਚਾਂਸਿਸ ਨੇ ਕਿ ਤੁਹਾਨੂੰ ਵੀ ਕੋਈ ਨਾ ਕੋਈ ਮੈਂਟਲ ਹੈਲਥ ਪ੍ਰੋਬਲਮਸ ਆਏਗੀ। ਸੈਕੰਡਲੀ ਇਜ਼ ਯੋਰ ਐਕਸਪੀਰੀਅੰਸਿਸ, ਤੁਹਾਡੇ ਲਾਈਫ ਦੇ ਵਿੱਚ ਕਿਸ ਤਰ੍ਹਾਂ ਦੇ ਐਕਸਪੀਰੀਅੰਸਿਸ ਰਹੇ ਨੇ, ਸਪੈਸ਼ਲੀ ਜਦੋਂ ਬਚਪਨ ਦੇ ਵਿੱਚ ਤੁਹਾਡੇ ਜੋ ਆਲੇ ਦੁਆਲੇ ਦਾ ਮਾਹੌਲ ਸੀਗਾ, ਜੇ ਤੁਸੀਂ ਬਹੁਤ ਜ਼ਿਆਦਾ ਗਰੀਬੀ ਦੇਖੀ,
ਪੋਵਰਟੀ ਦੇਖੀ, ਡੈਪਰੀਵੇਸ਼ਨ ਦੇਖੀ, ਘਰੇਲੂ ਕਲੇਸ਼ ਦੇਖਿਆ, ਸਟ੍ਰੈਸ ਦੇਖਿਆ, ਮਾਈਗ੍ਰੇਸ਼ਨ ਦੇਖੀ। ਤੇ ਇਸ ਤਰ੍ਹਾਂ ਦੇ ਐਕਸਪੀਰੀਐਂਸਿਸ, ਸਾਡੇ ਫਾਦਰ ਬਹੁਤ ਐਲਕੋਹਲ ਕੰਜ਼ਿਊਮ ਕਰਦੇ ਸੀਗੇ। ਸੋ अर्ਲੀ ਚਾਈਲਡਹੁੱਡ ਐਕਸਪੀਰੀਐਂਸਿਸ, ਸਾਈਕੈਟਰਿਸਟ ਅੱਜ ਕੱਲ੍ਹ ਕਹਿ ਰਹੇ ਨੇ ਕਿ ਉਹ ਬਹੁਤ ਇੰਪੋਰਟੈਂਟ ਕੰਟਰੀਬਿਊਸ਼ਨ ਹੈ ਉਹਨਾਂ ਦੀ to have mental health problems in the life to come. Then the third is the environment around you, ਕਿ ਤੁਸੀਂ ਜਿਸ ਮਾਹੌਲ 'ਚ ਰਹਿ ਰਹੇ ਹੋ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਤੁਹਾਡੀਆਂ ਰਿਸੋਰਸਿਸ ਨੇ, ਗਵਰਨਮੈਂਟ ਤੁਹਾਡੀ ਕਿਸ ਤਰ੍ਹਾਂ ਦੀਆਂ ਰਿਸੋਰਸਿਸ ਪ੍ਰੋਵਾਈਡ ਕਰ ਰਹੀ ਆ, ਤੁਹਾਡਾ ਇਨਫਰਾਸਟਰਕਚਰ ਕੀ ਹੈ, ਤੁਹਾਡਾ ਕਰੰਟ ਲਾਈਫ ਸਟਾਈਲ ਕੀ ਹੈ, ਇਹ ਸਾਰੀਆਂ ਚੀਜ਼ਾਂ ਕੰਟਰੀਬਿਊਟ ਕਰਦੀਆਂ ਨੇ ਟੂਵਰਡਸ ਯੋਰ ਮੈਂਟਲ ਹੈਲਥ। ਜੀ, ਤਾਂ ਡਾਕਟਰ ਸਾਹਿਬ, ਜਿਵੇਂ ਅਸੀਂ ਜਾਣਦੇ ਹਾਂ ਬਹੁਤ ਜ਼ਿਆਦਾ ਲੰਬੇ ਅਰਸੇ ਤੱਕ ਲੋਕ ਆਪਣੇ ਘਰਾਂ ਦੇ ਵਿੱਚ ਰਹੇ ਨੇ। ਪੈਂਡੇਮਿਕ ਦਾ ਮਾਹੌਲ ਚੱਲ ਰਿਹਾ ਸੀ ਔਰ ਉਹ ਜ਼ਰੂਰੀ ਵੀ ਸੀਗਾ ਸਾਰਿਆਂ ਦੇ ਵਾਸਤੇ ਆਪਣੇ ਘਰਾਂ ਦੇ ਵਿੱਚ ਰਹਿਣਾ, ਪਰ ਇਸ ਮਾਹੌਲ ਦੇ ਦਰਮਿਆਨ ਲੋਕਾਂ ਦੀ ਜੋ ਦਿਮਾਗਾਂ ਦੇ ਉੱਪਰ ਅਸਰ ਪਏ ਨੇ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ। ਇਹਦੇ ਵਿੱਚ ਜੇ ਅਸੀਂ ਵੈਲਬੀਇੰਗ ਜਾਂ ਸਾਈਕੋਲੋਜੀਕਲ ਹੈਲਥ ਦੀ ਗੱਲ ਕਰੀਏ, ਬਹੁਤ ਸੋਲਿਡਲੀ ਪ੍ਰੂਵ ਹੋ ਚੁੱਕਾ ਹੈ ਕਿ ਜਿਹੜੀਆਂ 3 ਚੀਜ਼ਾਂ ਨੇ ਉਹ ਤੁਹਾਡੇ ਮੈਂਟਲ ਹੈਲਥ ਨੂੰ ਕੰਟਰੀਬਿਊਟ ਕਰਦੀਆਂ ਨੇ। ਤੇ ਉਹਨਾਂ 3 ਚੀਜ਼ਾਂ ਦੇ ਵਿੱਚ ਜੇ ਇੱਕ ਚੀਜ਼ ਵੀ ਡਿਸਟਰਬ ਹੋ ਜਾਂਦੀ ਹੈ ਦੈਨ ਤੁਸੀਂ ਕੋਈ ਨਾ ਕੋਈ ਤੁਹਾਡੇ ਵਿੱਚ ਮੈਂਟਲ ਹੈਲਥ ਇਸ਼ੂ ਜਾਂ ਸਿੰਪਟਮ ਜਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਏਗੀ ਜੋ ਕਿ ਤੁਹਾਡੀ ਕੁਆਲਿਟੀ ਆਫ ਲਾਈਫ ਨੂੰ ਡਿਸਟਰਬ ਕਰੇਗੀ, ਘਟਾਏਗੀ, ਤੁਹਾਡੀ ਹੈਪੀਨੈਸ ਨੂੰ ਇਫੈਕਟ ਕਰੇਗੀ। ਵਨ ਇਜ਼ ਆਟੋਨੋਮੀ। ਆਟੋਨੋਮੀ ਮਤਲਬ ਆਜ਼ਾਦੀ ਜੀ। ਸੋ ਕਰੋਨਾ ਵਿੱਚ ਅਸੀਂ ਦੇਖਿਆ ਕਿ ਸਾਡੀ ਆਜ਼ਾਦੀ ਖਤਮ ਹੋ ਗਈ, ਕਿ ਅਸੀਂ ਆਪਣੀ ਮਰਜ਼ੀ ਨਾਲ ਕਿਤੇ ਆ ਜਾ ਨਹੀਂ ਸੀ ਸਕਦੇ, ਕਿਸੇ ਨੂੰ ਮਿਲ ਨਹੀਂ ਸੀ ਸਕਦੇ। ਆਜ਼ਾਦੀ ਸਿਰਫ ਘੁੰਮਣ ਫਿਰਨ ਦੀ ਜਾਂ ਆਉਣ ਜਾਣ ਦੀ ਆਜ਼ਾਦੀ ਨਹੀਂ ਆ, ਈਵਨ ਫਾਈਨੈਂਸ਼ੀਅਲ ਇੰਡੀਪੈਂਡੈਂਸ। ਕਈ ਲੋਕਾਂ ਦੇ ਕੰਮਕਾਰ ਚਲੇ ਗਏ, ਉਹਨਾਂ ਨੂੰ ਫਾਈਨੈਂਸ਼ੀਅਲੀ ਦੇ ਬਿਕੇਮ ਡਿਪੈਂਡੈਂਟ ਔਨ ਅਦਰਸ। ਸੋ ਕਈ ਚੀਜ਼ਾਂ ਵਾਸਤੇ ਅਸੀਂ ਆਪਣੀ ਜਿਹੜੀ ਇੱਕ ਆਜ਼ਾਦੀ ਸੀ ਉਹ ਖਤਮ ਕਰ ਲਈ, ਜੋ ਕਿ ਬਹੁਤ ਇੰਪੋਰਟੈਂਟ ਫੈਕਟਰ ਹੈ ਟੂ ਬੀ ਮੈਂਟਲੀ ਹੈਲਦੀ। ਸੈਕਿੰਡ ਇਜ਼ ਕੰਪੀਟੈਂਸ। ਕੰਪੀਟੈਂਸ ਮਤਲਬ ਕਿ ਤੁਸੀਂ ਆਪਣੇ ਕੰਮ ਦੇ ਵਿੱਚ ਆਪਣੇ ਸਕਿੱਲਸ ਕਿਸ ਤਰ੍ਹਾਂ ਡਿਵੈਲਪ ਕਰ ਰਹੇ ਹੋ, ਆਪਣੇ ਆਪ ਨੂੰ ਇੰਪਰੂਵ ਕਰ ਰਹੇ ਹੋ, ਆਪਣੇ ਕੰਮ ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਅਸਰਟ ਕਰ ਰਹੇ ਹੋ, ਸਮਾਜ ਦੇ ਵਿੱਚ ਆਪਣੇ ਹੁਨਰ ਕਰਕੇ ਆਪਣੀ ਕਿਸ ਤਰ੍ਹਾਂ ਜਗ੍ਹਾ ਬਣਾ ਰਹੇ ਹੋ। ਹੁਣ ਲੋਕਾਂ ਦੇ ਕੰਮਕਾਰ ਇਫੈਕਟ ਹੋਏ, ਬੱਚਿਆਂ ਦਾ ਸਕੂਲ ਜਾਣਾ ਬੰਦ ਹੋ ਗਿਆ, ਕਾਲਜ ਵਿੱਚ ਬੱਚਿਆਂ ਨੂੰ ਨੰਬਰ ਤਾਂ ਮਿਲ ਗਏ ਬਟ ਉਹ ਸਾਰੇ ਚੀਟਿੰਗ ਕਰਕੇ ਜਾਂ ਆਨਲਾਈਨ ਐਗਜ਼ਾਮਸ ਕਰਕੇ। ਸੋ ਬੇਸਿਕਲੀ ਜੋ ਬੱਚੇ ਦੀ ਇੱਕ ਨਾਰਮਲ ਪਰਫਾਰਮੈਂਸ ਸੀਗੀ ਜਾਂ ਇੱਕ ਨਾਰਮਲ ਐਬਿਲਿਟੀ ਸੀ ਉਹ ਘਟ ਗਈ, ਜਿਹਦੇ ਕਰਕੇ ਉਹਦੀ ਵੈਲਬੀਇੰਗ, ਉਹਦਾ ਇੱਕ ਕੌਨਫੀਡੈਂਸ, ਉਹਦਾ ਇੱਕ ਲਾਈਫ ਦੀ ਜਿਹੜੀ ਇੱਕ ਕੰਪੈਟੀਟਿਵਨੈਸ ਸੀ ਉਹ ਵੀ ਘਟੀ। ਉਹਦੇ ਕਰਕੇ ਅਗੇਨ ਮੈਂਟਲ ਹੈਲਥ ਪ੍ਰੋਬਲਮਸ ਆਈਆਂ। ਦੈਨ ਦ ਰਿਲੇਟਡਨੈਸ ਔਰ ਦ ਕਨੈਕਟਡਨੈਸ, ਦ ਥਰਡ ਥਿੰਗ ਵਿਚ ਇਜ਼ ਇੰਪੋਰਟੈਂਟ। ਜਦੋਂ ਅਸੀਂ ਲੋਕਾਂ ਦੇ ਨਾਲ ਨਹੀਂ ਜੁੜੇ, ਵਿਚ ਇਜ਼ ਵੈਰੀ ਇੰਪੋਰਟੈਂਟ। ਜੇ ਅਸੀਂ ਮੈਂਟਲੀ ਹੈਲਦੀ ਰਹਿਣਾ ਹੈ, ਸਾਨੂੰ ਸਾਡੇ ਰਿਸ਼ਤੇਦਾਰਾਂ ਦੀ, ਸਮਾਜ ਦੀ, ਕਨੈਕਸ਼ਨਸ ਦੀ ਬਹੁਤ ਇੰਪੋਰਟੈਂਟ ਉਹਦੀ ਪੋਜੀਸ਼ਨ ਹੈ। ਕਰੋਨਾ ਕਰਕੇ ਅਸੀਂ ਲੋਕਾਂ ਨੂੰ ਆਉਣਾ ਜਾਣਾ ਬੰਦ ਕੀਤਾ, ਅਸੀਂ ਜ਼ਿਆਦਾ ਆਪਣੇ ਮੋਬਾਈਲਸ ਦੇ ਵਿੱਚ ਲੱਗ ਰਹੇ, ਅਸੀਂ ਸਕਰੀਨ ਦੇ ਵਿੱਚ ਡੁੱਬ ਗਏ ਅਤੇ ਅਸੀਂ ਸ਼ੇਅਰਿੰਗ ਨਹੀਂ ਕੀਤੀ। ਸੋ ਇੱਕ ਕਨੈਕਸ਼ਨ ਵੀ ਖਤਮ ਹੋਇਆ, ਜਿਸ ਕਰਕੇ ਇਹ 3 ਚੀਜ਼ਾਂ 'ਤੇ ਇਫੈਕਟ ਹੋਇਆ ਐਂਡ ਅਲਟੀਮੇਟਲੀ ਇਟ ਲੈਡ ਟੂ ਪੂਅਰ ਮੈਂਟਲ ਹੈਲਥ ਐਂਡ ਲੋਟ ਆਫ ਸੁਸਾਈਡਸ, ਲੋਟ ਆਫ ਡਿਪਰੈਸ਼ਨ। ਤੇ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ। ਤੇ ਹੁਣ ਵਕਤ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਅਸੀਂ ਹੁਣੇ ਗਏ ਅਤੇ ਹੁਣੇ ਆਏ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਆਪਣੇ ਮਨਪਸੰਦ ਸਿਤਾਰਿਆਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ, ਸਿੰਗਰਸ, ਐਕਟਰਸ ਦੇ ਆਪਣੇ ਫੇਵਰਿਟ ਆਰਟਿਸਟ ਦੀਆਂ ਇੰਟਰਸਟਿੰਗ ਕਹਾਣੀਆਂ ਨੂੰ? ਤਾਂ ਦੇਖੋ ਸਾਡਾ ਸਪੈਸ਼ਲ ਪ੍ਰੋਗਰਾਮ ਜੀ ਆਇਆਂ ਨੂੰ ਹਰ ਸ਼ੁੱਕਰਵਾਰ ਦੁਪਹਿਰ 2:30 ਵਜੇ ਤੇ ਰਿਪੀਟ ਟੈਲੀਕਾਸਟ ਹਰ ਸੋਮਵਾਰ ਦੁਪਹਿਰ 2:30 ਵਜੇ ਓਨਲੀ ਔਨ ਚੜ੍ਹਦੀ ਕਲਾ ਟਾਈਮ ਟੀਵੀ। ਜੀ ਆਇਆਂ ਨੂੰ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਤਾਂ ਡਾਕਟਰ ਸਾਹਿਬ, ਆਪਾਂ ਪਹਿਲਾਂ ਗੱਲ ਕਰ ਰਹੇ ਸੀ ਪੈਂਡੇਮਿਕ ਦੇ ਬਾਰੇ ਵਿੱਚ। ਪੈਂਡੇਮਿਕ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕਾਂ ਦੇ ਉੱਪਰ ਇਸ ਦਾ ਅਸਰ ਹੋਇਆ ਹੈ, ਮਾਨਸਿਕ ਸਥਿਤੀ ਦੇ ਉੱਪਰ ਜਿਹੜੇ ਅਨੁਕੂਲ ਨਹੀਂ ਹੋ ਪਾਏ, ਉਹਦੇ ਬਾਰੇ 'ਚ ਵੀ ਦੱਸੋ ਜੀ ਜ਼ਰੂਰ। ਪੈਂਡੇਮਿਕ ਦਾ ਅਸਰ ਤਾਂ ਸਾਰੇ ਹੀ ਸੈਕਸ਼ਨਸ 'ਤੇ ਦਿਸਣ ਨੂੰ ਆ ਰਿਹਾ ਹੈ, ਬਟ ਸਭ ਤੋਂ ਜ਼ਿਆਦਾ ਜੇ ਅਸੀਂ ਗੱਲ ਕਰੀਏ ਕਿ ਕਿਸ ਨੂੰ ਇਹਨੇ ਸਭ ਤੋਂ ਜ਼ਿਆਦਾ ਇਫੈਕਟ ਕੀਤਾ ਹੈ, ਉਹ ਆਈ ਵੁੱਡ ਸੇ ਕਿ ਯੰਗ ਪੀਪਲ, ਜਿਹੜਾ ਯੂਥ ਹੈ, ਜੋ ਕਿ ਇੰਡੀਆ ਦਾ ਇੱਕ ਮੇਜਰ ਚੰਕ ਆਫ ਪੋਪੂਲੇਸ਼ਨ ਹੈ। ਤੇ ਇਹਦੇ ਬਾਰੇ ਤਾਂ ਸਾਈਕੋਲੋਜਿਸਟ, ਸਾਈਕੈਟਰਿਸਟ ਕਹਿ ਰਹੇ ਨੇ ਕਿ ਵੀ ਹੈਵ ਲਿਟਰਲੀ ਥਰੋਨ ਦ ਯੰਗ ਪੀਪਲ ਅੰਡਰ ਦ ਬੱਸ। ਅਸੀਂ ਉਹਨਾਂ ਬਾਰੇ ਸੋਚਿਆ ਹੀ ਨਹੀਂ, ਅਸੀਂ ਉਹਨਾਂ ਨੂੰ ਘਰ ਬਿਠਾਤਾ, ਅਸੀਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਇਨਵਾਇਰਮੈਂਟ ਸੀ ਜੋ ਕਿ ਉਹਨਾਂ ਦੀ ਡਿਵੈਲਪਮੈਂਟ ਲਈ ਬਹੁਤ ਇੰਪੋਰਟੈਂਟ ਹੈ, ਬਾਇਓਲੋਜੀਕਲੀ, ਸੋਸ਼ਲੀ ਉਹਨਾਂ ਦੇ
ਇਮੋਸ਼ਨਲ ਡਿਵੈਲਪਮੈਂਟ ਲਈ ਜੋ ਇੱਕ ਬਹੁਤ ਰਿਕੁਆਇਰਡ ਈਕੋਸਿਸਟਮ ਸੀ ਅਸੀਂ ਉਹਨਾਂ ਨੂੰ ਉਹਦੇ ਤੋਂ ਦੂਰ ਕਰਤਾ। ਤੇ ਸੈਕੰਡਲੀ ਜਿਹੜੇ ਛੋਟੇ ਬੱਚੇ ਨੇ ਜਿਹੜੇ ਅਜੇ ਸਕੂਲ ਜਾਣਾ ਸ਼ੁਰੂ ਹੀ ਨਹੀਂ ਸੀ ਹੋ ਰਹੇ, ਜਿਨ੍ਹਾਂ ਨੂੰ ਅਜੇ ਸਕੂਲ ਦਾ ਪਤਾ ਹੀ ਨਹੀਂ ਆ, ਉਹਨਾਂ ਲਈ ਵੀ ਇੱਕ ਪੈਂਡੇਮਿਕ ਦੀ ਇੱਕ ਬਹੁਤ ਨੈਗੇਟਿਵ ਰੈਪਰਕਸ਼ਨਸ ਹੋਣਗੀਆਂ, ਕਿਉਂਕਿ ਉਹਨਾਂ ਦੀ ਨਾ ਤਾਂ ਇੱਕ ਜਿਹੜੀ ਰਾਈਟ ਡਿਵੈਲਪਮੈਂਟ ਹੈ ਉਹ ਹੋ ਪਾ ਰਹੀ ਹੈ, ਐਂਡ ਪਲੱਸ ਆਉਣ ਵਾਲੇ ਟਾਈਮ ਦੇ ਵਿੱਚ ਵੀ ਈਵਨ ਹੈਲਥ ਸਪੈਸ਼ਲਿਸਟ ਨੇ ਇਹ ਚੀਜ਼ ਬਾਰੇ ਪ੍ਰੈਡਿਕਸ਼ਨ ਕੀਤੀ ਹੈ ਕਿ ਜਿਹੜੇ ਬੱਚੇ ਜਿਹੜੇ ਸਕੂਲ ਨਹੀਂ ਜਾ ਰਹੇ ਕਈ ਸਾਲਾਂ ਤੋਂ, ਜਾਂ ਜਿਨ੍ਹਾਂ ਨੂੰ ਸਕੂਲ ਬਾਰੇ ਨਹੀਂ ਅਜੇ ਸਮਝ ਆਈ, ਉਹਨਾਂ ਦਾ ਇੱਕ ਜਿਹੜਾ ਲਾਈਫ ਸਟਾਈਲ ਹੈ, ਉਹਨਾਂ ਦੀ ਕੋਗਨੀਟਿਵ ਡਿਵੈਲਪਮੈਂਟ ਹੈ, ਉਹ ਇਸ ਤਰ੍ਹਾਂ ਦੀ ਹੋ ਜਾਏਗੀ ਕਿ ਨਾ ਤੇ ਉਹ ਕੋਈ ਬਹੁਤ ਐਕੈਡੈਮਿਕਲੀ ਗੇਨ ਕਰਨਗੇ, ਉਹਨਾਂ ਦੀ ਸਕਿੱਲ ਡਿਵੈਲਪਮੈਂਟ ਵੀ ਪਿੱਛੇ ਰਹਿ ਜਾਏਗੀ, ਉਹਨਾਂ ਦੀ ਇੱਕ ਲਾਈਫ ਓਰੀਐਂਟੇਸ਼ਨ ਵੀ ਖਰਾਬ ਹੋਏਗੀ, ਫਿਜ਼ੀਕਲ ਹੈਲਥ ਵੀ ਖਰਾਬ ਹੋਏਗੀ। ਓਬੇਸਿਟੀ ਆ ਰਹੀ ਹੈ ਬੱਚਿਆਂ ਦੇ ਵਿੱਚ ਘਰ ਬੈਠ ਕੇ, ਇੱਕ ਹੈਲਦੀ ਜਿਹੜਾ ਫਿਜ਼ੀਕਲੀ ਐਕਟਿਵ ਲਾਈਫ ਸਟਾਈਲ ਹੈ ਉਹ ਨਹੀਂ ਅਡੋਪਟ ਕਰ ਪਾ ਰਹੇ। ਐਂਡ ਇਹਨਾਂ ਬੱਚਿਆਂ ਦੀ ਹੈਰਾਨੀ ਦੀ ਗੱਲ ਹੈ ਕਿ ਡਾਕਟਰਸ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਦੀ ਲਾਈਫ ਜਿਹੜੀ ਐਕਸਪੈਕਟੇਸ਼ਨ ਹੈ, ਜਿਹੜੀ ਲਾਈਫ ਐਕਸਪੈਕਟੈਂਸੀ ਹੁੰਦੀ ਹੈ ਕਿ ਕਿੰਨੇ ਏਜ ਤੱਕ ਅਸੀਂ ਜੀਵਾਂਗੇ, ਉਹ ਵੀ ਨੋਰਮਲ ਜਿਹੜੇ ਬੱਚੇ ਨੋਰਮਲ ਸਕੂਲਿੰਗ 'ਚ ਗਏ ਨੇ ਜਾਂ ਪ੍ਰੀ ਪੈਂਡੇਮਿਕ ਜਿਹੜੇ ਬੱਚੇ ਨੇ ਉਹਨਾਂ ਨਾਲੋਂ ਘੱਟ ਹੋਏਗੀ। ਸੋ ਯੰਗ ਪੀਪਲ ਤੇ ਜਿਹੜੇ ਛੋਟੇ ਬੱਚੇ ਨੇ, ਆਈ ਵੁੱਡ ਸੇ ਦੇ ਆਰ ਦ ਮੋਸਟ ਇਫੈਕਟਡ ਇਨ ਦਿਸ ਹੋਲ ਪੈਂਡੇਮਿਕ। ਜੀ, ਤਾਂ ਡਾਕਟਰ ਸਾਹਿਬ ਜਿਵੇਂ ਕਿ ਸਾਨੂੰ ਪਤਾ ਹੈ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ ਉਹਦੇ ਸਿਰ 'ਚ ਪੀੜ ਹੁੰਦੀ ਹੈ, ਦਵਾਈ ਲੈਂਦਾ, ਜਦੋਂ ਉਹਦਾ ਕੋਈ ਬੋਡੀ ਦੇ ਵਿੱਚ ਟੈਂਪਰੇਚਰ ਹਾਈ ਹੁੰਦਾ ਤਾਂ ਦਵਾਈ ਲੈਂਦਾ, ਸਾਨੂੰ ਪਤਾ ਲੱਗ ਜਾਂਦਾ ਕਿ ਬੰਦਾ ਬਿਮਾਰ ਹੈ। ਪਰ ਕਿਵੇਂ ਪਤਾ ਲੱਗੇਗਾ ਕਿ ਸਾਨੂੰ ਜ਼ਰੂਰਤ ਪੈ ਗਈ ਹੈ ਕਿਸੇ ਸਾਈਕੋਲੋਜਿਸਟ ਦੀ ਜਾਂ ਫਿਰ ਸਾਈਕੈਟਰਿਸਟ ਦੀ, ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਮਾਨਸਿਕ ਜਿਹੜੀ ਸਿਹਤ ਹੈ ਉਹਦੇ ਵਿੱਚ ਕੋਈ ਨਾ ਕੋਈ ਖਲਬਲੀ ਮਚ ਰਹੀ ਹੈ? ਇਹਦੇ 'ਚ 3 ਇੰਪੋਰਟੈਂਟ ਇੰਡੀਕੇਟਰਸ ਨੇ। ਵਨ ਇਜ਼ ਯੋਰ ਥਾਟਸ, ਕਿ ਤੁਹਾਡੀਆਂ ਸੋਚਾਂ ਕੀ ਨੇ। ਜੇ ਬਹੁਤ ਨੈਗੇਟਿਵ ਥਿੰਕਿੰਗ ਹੋ ਰਹੀ ਆ, ਤੁਸੀਂ ਬਹੁਤ ਪੈਸਿਮਿਸਟਿਕ ਹੋ ਰਹੇ ਹੋ, ਸਾਰਾ ਕੁਝ ਹਨੇਰਾ ਹਨੇਰਾ ਤੁਹਾਨੂੰ ਦਿਖ ਰਿਹਾ ਹੈ ਮਨ ਦੇ ਵਿੱਚ, ਕੋਈ ਲਾਈਫ ਦੇ ਵਿੱਚ ਚਾਮ ਨਹੀਂ ਰਿਹਾ, ਤੁਸੀਂ ਹਰ ਚੀਜ਼ ਨੂੰ ਬਹੁਤ ਨੈਗੇਟਿਵਲੀ, ਆਪਣੇ ਆਲੇ ਦੁਆਲੇ ਨੂੰ ਵੀ ਬਹੁਤ ਜ਼ਿਆਦਾ ਫਾਲਟ ਫਾਈਂਡਿੰਗ ਕਰ ਰਹੇ ਹੋ, ਜਾਂ ਲੱਗ ਰਿਹਾ ਹੈ ਕਿ ਲਾਈਫ ਦੇ ਵਿੱਚ ਕੋਈ ਹੈਪੀਨੈਸ ਨਹੀਂ ਹੈ, ਇਸ ਤਰ੍ਹਾਂ ਦੀਆਂ ਥਾਟਸ ਆ ਰਹੀਆਂ ਨੇ। ਜਾਂ ਇਮੋਸ਼ਨਸ ਇਸ ਤਰ੍ਹਾਂ ਨੇ ਕਿ ਬਹੁਤ ਰੋਣ ਨੂੰ ਜੀ ਕਰਦਾ ਹੈ, ਜਾਂ ਤੁਸੀਂ ਬੇਵਜ੍ਹਾ ਹੱਸੀ ਜਾ ਰਹੇ ਹੋ, ਇਮੋਸ਼ਨਸ 'ਤੇ ਵੀ ਕਾਬੂ ਨਹੀਂ ਹੈ। ਤੇ ਬਿਹੇਵੀਅਰ ਜਾਂ ਤੁਹਾਡੇ ਐਕਸ਼ਨਸ ਨੇ, ਜਿਸ ਤਰ੍ਹਾਂ ਬਹੁਤ ਜ਼ਿਆਦਾ ਸੌਣਾ ਜਾਂ ਬਹੁਤ ਘੱਟ ਨੀਂਦ ਆਣੀ, ਬਹੁਤ ਜ਼ਿਆਦਾ ਖਾਣ ਲੱਗ ਪੈਣਾ ਜਾਂ ਬਹੁਤ ਘੱਟ ਖਾਣਾ। ਸੋ ਕੋਈ ਨਾ ਕੋਈ ਤੁਹਾਡੇ ਬਿਹੇਵੀਅਰਲ ਇੰਡੀਕੇਸ਼ਨਸ ਵੀ ਨਹੀਂ। ਸੋ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਐਨਾਲਾਈਜ਼ ਕਰ ਸਕਦੇ ਹਾਂ ਕਿ ਦ ਪਰਸਨ ਇਜ਼ ਗੋਇੰਗ ਥਰੂ ਸਮਥਿੰਗ। ਬੱਚਿਆਂ ਦੇ ਵਿੱਚ ਦੇਖਣ ਨੂੰ ਆਇਆ ਹੈ ਜਿਹੜੀ ਫਰਸਟ ਇੰਡੀਕੇਸ਼ਨ ਹੈ ਕਿ ਉਹ ਕਨਸੈਂਟਰੇਟ ਨਹੀਂ ਕਰ ਪਾਉਂਦੇ ਪੜ੍ਹਾਈ ਦੇ ਵਿੱਚ, ਉਹਨਾਂ ਦੇ ਜਿਹੜੇ ਅਕੈਡਮਿਕ ਗ੍ਰੇਡਸ ਨੇ ਉਹ ਫਾਲ ਹੋਣੇ ਸ਼ੁਰੂ ਹੋ ਜਾਂਦੇ ਨੇ, ਮਰਨ ਦਾ ਜੀ ਕਰਦਾ ਹੈ ਜਾਂ ਕਿਸੇ ਨੂੰ ਮਾਰਨ ਦਾ ਜੀ ਕਰਦਾ ਹੈ, ਬਹੁਤ ਅਗਰੈਸਿਵ ਹੋ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਨੋਰਮਲੀ ਆਪਣੇ ਆਲੇ ਦੁਆਲੇ ਵਿੱਚ ਵੀ ਜੱਜ ਕਰ ਸਕਦੇ ਹੋ ਦੈਟ ਦੇਰ ਇਜ਼ ਸਮਬਡੀ ਹੂ ਨੀਡਸ ਮੈਂਟਲ ਹੈਲਪ। ਜੀ ਡਾਕਟਰ ਸਾਹਿਬ, ਅੱਜ ਦਾ ਜਿਹੜਾ ਜ਼ਮਾਨਾ ਹੈ ਉਹ ਟੈਕਨੋਲੋਜੀ ਦੇ ਨਾਲ ਬਹੁਤ ਨਜ਼ਦੀਕੀ ਤੋਂ ਜੁੜਿਆ ਹੋਇਆ ਹੈ, ਅਤੇ ਇਸ ਦੇ ਵਿੱਚ ਸਭ ਤੋਂ ਬੜਾ ਜਿਹੜਾ ਅਹਿਮ ਜਿਹੜੇ ਰੋਲ ਮੈਂ ਕਹਾਂ ਤਾਂ ਅਦਾ ਕਰਦੇ ਆ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਦਾ ਕੋਈ ਇੰਪੈਕਟ ਪੈਂਦਾ ਹੈ, ਕੋਈ ਅਸਰ ਪੈਂਦਾ ਹੈ ਸਾਡੇ ਦਿਮਾਗ ਦੇ ਉੱਪਰ? ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ ਹੈ, ਕਿਉਂਕਿ ਸਕਰੀਨ ਨੇ ਨੋਰਮਲ ਰਿਲੇਸ਼ਨਸ਼ਿਪਸ ਰਿਪਲੇਸ ਕਰ ਲਏ ਨੇ। ਸਾਨੂੰ ਇੱਕ ਹੈਲਦੀ ਮਾਈਂਡ ਲਈ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਰਹਿਣਾ, ਵਿਚਰਨਾ, ਸਾਕ ਸੰਬੰਧੀਆਂ 'ਚ ਬੈਠ ਕੇ ਗੱਲਬਾਤ ਕਰਨਾ, ਉਹ ਬਹੁਤ ਇੰਪੋਰਟੈਂਟ ਹੈ। ਬਟ ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਆਲ ਦ ਟਾਈਮ ਵੀ ਆਰ ਔਨ ਦ ਸਕਰੀਨ, ਅਤੇ ਸਕਰੀਨ 'ਚ ਅਸੀਂ ਕੀ ਦੇਖ ਰਹੇ ਹਾਂ, ਲੋਕਾਂ ਦੀ ਬੈਸਟ ਲਾਈਫ, ਕਿ ਜੋ ਉਹਨਾਂ ਨੇ ਉੱਥੇ ਇੱਕ ਪ੍ਰੋਜੈਕਸ਼ਨ ਕੀਤੀ ਹੋਈ ਆ। ਤੇ ਨੋਰਮਲੀ ਜਿਹੜੇ ਯੰਗ ਲੋਕ ਨੇ ਉਹ ਦੇਖ ਕੇ ਆਪਣੇ ਆਪ ਨੂੰ ਕੰਪੇਅਰ ਕਰਦੇ ਨੇ, ਐਂਡ ਦੇ ਸਟਾਰਟ ਫੀਲਿੰਗ ਲੋ। ਉਹਨਾਂ ਦਾ ਕੌਨਫੀਡੈਂਸ ਆਪਣਾ ਘੱਟ ਜਾਂਦਾ ਹੈ, ਆਪਣੀ ਸੈਲਫ ਸਟੀਮ ਘੱਟ ਜਾਂਦੀ ਹੈ ਲੋਕਾਂ ਦੀ ਐਡਿਟਿਕ ਪਿਕਚਰਸ ਦੇਖ ਕੇ। ਸੋ ਬੱਚੇ ਨੋਰਮਲੀ ਕਿਉਂਕਿ ਇਨਫਲੂਐਂਸ ਹੋ ਜਾਂਦੇ ਨੇ, ਇਹਨਾਂ ਇਨਫਲੂਐਂਸ, ਇਹ ਕਹਿੰਦੇ ਆਪਣੇ ਆਪ ਨੂੰ ਸੋਸ਼ਲ ਇਨਫਲੂਐਂਸਰਸ ਨੇ। ਤੇ ਆਮ ਲੜਕਾ ਲੜਕੀ ਜਿਸ ਤਰ੍ਹਾਂ ਅਸੀਂ ਆਪਣੀ ਕੋਈ ਆਈਡੈਂਟਿਟੀ ਜਿਸ ਤਰ੍ਹਾਂ ਨਹੀਂ ਬਣੀ ਹੋਈ, ਉਹ ਇਸ ਚੀਜ਼ ਤੋਂ ਇੰਨਾ ਕੁ ਜ਼ਿਆਦਾ ਸਵੇ ਹੋ ਜਾਂਦਾ ਹੈ ਕਿ ਉਹਨੂੰ ਆਪਣੀ ਲਾਈਫ ਵੀ ਬੁਰੀ ਲੱਗਣ ਲੱਗ ਪੈਂਦੀ ਹੈ। ਤਾਂ ਸੈਕੰਡਲੀ ਜਿਹੜੀ ਇਹ 'ਚ ਹੈ ਇੱਕ ਐਡਿਕਟਿਵ ਪਾਵਰ ਬਹੁਤ ਹੈ ਜੇ ਗੇਮਿੰਗ ਦੀ ਗੱਲ ਕਰੀਏ, ਕਿਉਂਕਿ ਇਹਦੇ ਵਿੱਚ ਕੋਈ ਨਾ ਕੋਈ ਚੈਲੰਜ ਹੈ ਬੱਚਿਆਂ ਨੂੰ ਜੋ ਕਿ ਉਹਨਾਂ ਨੂੰ ਨੋਰਮਲ ਲਾਈਫ ਦੇ ਵਿੱਚ ਨਹੀਂ ਮਿਲ ਰਿਹਾ। ਫਿਰ ਇਮੀਡੀਏਟਲੀ ਉਹਨਾਂ ਨੂੰ ਉਹਦਾ ਨੌਲੇਜ ਮਿਲਦੀ ਆ ਕਿ ਰਿਜ਼ਲਟ ਕੀ ਆਇਆ, ਕਿ ਯੈਸ ਮੈਂ ਲੈਵਲ ਪਾਰ ਕਰ ਲਿਆ। ਤੇ ਨੋਰਮਲ ਜੇ ਅਸੀਂ ਦੇਖੀਏ ਸਕੂਲਾਂ ਦੇ ਟੈਸਟ ਜਿਹਨੂੰ ਹੁੰਦੇ ਨੇ 2 ਮਹੀਨੇ ਬਾਅਦ ਐਗਜ਼ਾਮ ਹੋਏ ਤੇ ਉਹਦਾ 10 ਦਿਨ ਬਾਅਦ ਰਿਜ਼ਲਟ ਆਇਆ, ਇਮੀਡੀਏਟ ਫੀਡਬੈਕ ਨਹੀਂ ਮਿਲਦੀ। ਸੋ ਜਿਹੜੀ ਇਮੀਡੀਏਟ ਫੀਡਬੈਕ ਹੈ ਨਾ ਕਿ ਯੈਸ ਮੈਂ ਨੈਕਸਟ ਲੈਵਲ ਤੇ ਪਹੁੰਚ ਗਿਆ, ਤੇ ਉਹ ਇੱਕ ਸੌਰਟ ਆਫ ਰੀਇਨਫੋਰਸਮੈਂਟ ਮਿਲ ਜਾਂਦੀ ਹੈ ਵਿਚ ਮੇਕਸ ਇਟ ਵੈਰੀ ਐਡਿਕਟਿਵ। ਐਂਡ ਅਲਟੀਮੇਟਲੀ ਇਹਦੇ ਵਿੱਚ ਇੰਨੀ ਕੁ ਪਾਵਰ ਹੈ ਕਿ ਜਿਸ ਤਰ੍ਹਾਂ ਦਲਦਲ ਦੇ ਵਿੱਚ ਕੋਈ ਡੁੱਬ ਜਾਂਦਾ ਹੈ, ਤੇ ਅਸੀਂ ਜਿਹੜੀ ਆ ਲਾਈਫ ਹੈ ਸੋਸ਼ਲ ਮੀਡੀਆ ਵਾਲੀ, ਗੇਮਿੰਗ ਵਾਲੀ ਹੈ, ਅਸੀਂ ਇਸ ਦੇ ਵਿੱਚ ਬਿਲਕੁਲ ਇਮਰਸ ਹੋਈ ਜਾ ਰਹੇ ਹਾਂ ਹੌਲੀ ਹੌਲੀ।
ਜੀ ਡਾਕਟਰ ਸਾਹਿਬ, ਜ਼ਿੰਦਗੀ ਦੇ ਵਿੱਚ ਜਦੋਂ ਅਜਿਹੀਆਂ ਹਾਲਾਤ ਆਉਂਦੇ ਨੇ ਕਿ ਇਨਸਾਨ ਚਾਰੋਂ ਪਾਸੇ ਆਪਣੇ ਆਪ ਨੂੰ ਨੈਗੇਟਿਵਿਟੀ ਦੇ ਵਿੱਚ ਘੁੰਮਦਾ ਹੋਇਆ ਵੇਖਦਾ ਹੈ, ਵਾਵਰੋਲਿਆਂ ਦੇ ਵਿੱਚ ਦੇਖਦਾ ਹੈ ਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਦੇ ਵਿੱਚ ਗੁੰਮ ਹੋ ਚੁੱਕਿਆ, ਤਾਂ ਪੋਜ਼ਿਟਿਵਨੈਸ ਜਿਹੜੀ ਹੁੰਦੀ ਹੈ ਉਹ ਕੀ ਅਸਰ ਕਰਦੀ ਹੈ ਤੁਹਾਡੇ ਦਿਮਾਗ ਦੇ ਉੱਪਰ? ਦੇਖੋ, ਨੈਗੇਟਿਵਿਟੀ ਦੀ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਨੈਗੇਟਿਵਿਟੀ ਸਾਡੇ ਅੰਦਰ ਵੀ ਹੈ ਬਟ ਬਾਹਰ ਵੀ ਹੈ, ਤੇ ਇਹਦੇ ਵਿੱਚ ਇੱਕ ਬੈਲੈਂਸ ਬਣਾ ਕੇ ਚੱਲਣਾ, ਸੈਨਿਟੀ ਪ੍ਰੀਜ਼ਰਵ ਕਰਨੀ, ਆਈ ਥਿੰਕ ਦਿਸ ਇਜ਼ ਵਨ ਆਫ ਦ ਬਿਗੇਸਟ ਚੈਲੰਜ ਆਫ ਮਾਡਰਨ ਡੇ ਲਾਈਫ। ਜੇ ਅਸੀਂ ਆਪਣੇ ਆਲੇ ਦੁਆਲੇ ਦੇਖੀਏ, ਜਿਨ੍ਹਾਂ ਲੋਕਾਂ ਨਾਲ ਅਸੀਂ ਰਹਿੰਦੇ ਹਾਂ, ਕੰਮ ਕਰਦੇ ਹਾਂ, ਉਹ ਇੰਨਾ ਕੁ ਜ਼ਿਆਦਾ ਸਾਡੇ ਮਾਈਂਡ 'ਤੇ ਸਟ੍ਰੈਸ ਪਾ ਕੇ ਰੱਖਦੇ ਨੇ, ਉਹ ਕੋਈ ਨਾ ਕੋਈ ਚੀਜ਼ ਇਸ ਤਰ੍ਹਾਂ ਕਰਦੇ ਨੇ ਸਾਨੂੰ ਇਰੀਟੇਟ ਕਰਨ ਲਈ, ਸਾਨੂੰ ਟਰਬਲ ਕਰਨ ਲਈ, ਸਾਡੀ ਇੱਕ ਲਾਈਫ ਨੂੰ ਦੂਸਰੇ ਪਾਸੇ ਹੀ ਲੈ ਜਾਂਦੇ ਨੇ। ਉਹ ਕੁਝ ਸਾਨੂੰ ਇਸ ਤਰ੍ਹਾਂ ਕਹਿ ਦਿੰਦੇ ਨੇ, ਕੁਝ ਇਸ ਤਰ੍ਹਾਂ ਜੱਜ ਕਰਦੇ ਨੇ, ਉਹਨਾਂ ਦੀਆਂ ਫੀਡਬੈਕਸ, ਛੋਟੀਆਂ ਛੋਟੀਆਂ ਕਈਆਂ ਗੱਲਾਂ ਸਾਨੂੰ ਸਾਡੇ ਰੀਅਲ ਸੈਲਫ ਤੋਂ ਦੂਰ ਕਰੀ ਜਾਂਦੀਆਂ ਨੇ, ਐਂਡ ਵਿਚ ਮੇਕਸ ਅਸ ਅ ਡਿਫਰੈਂਟ ਪਰਸਨ ਦੈਨ ਵਾਟ ਵੀ ਵਰ ਐਕਚੁਅਲੀ। ਇੰਨੀ ਸੋਸ਼ਲ ਪੇਨ ਹੈ, ਇੰਨੀ ਇਮੋਸ਼ਨਲ ਪੇਨ, ਇਸ ਤਰ੍ਹਾਂ ਟਰਾਮਾ ਹੈ to have such difficult people around you, but ਉਹਦੇ ਵਿੱਚ I think if we work on ourselves, if we understand ourselves, ਅਸੀਂ ਆਪਣੇ ਆਪ ਨੂੰ ਸਮਝੀਏ, ਅਸੀਂ ਉਸ ਚੀਜ਼ ਨੂੰ ਅੰਡਰਸਟੈਂਡ ਕਰੀਏ ਕਿ ਜੋ ਆਲੇ ਦੁਆਲੇ ਦੇ ਸਟਿਮੂਲਸ ਨੇ ਜਾਂ ਜੋ ਆਲੇ ਦੁਆਲੇ ਦੇ ਫੋਰਸਿਸ ਨੇ ਸਾਨੂੰ ਕਿੱਥੇ ਲੈ ਕੇ ਜਾ ਰਹੇ ਨੇ, ਬਟ ਅਸੀਂ ਆਪਣੀ ਸੈਨਿਟੀ ਕਿਸ ਤਰ੍ਹਾਂ ਪ੍ਰੀਜ਼ਰਵ ਕਰਨੀ ਹੈ ਡਿਸਪਾਈਟ ਐਵਰੀਥਿੰਗ ਅਰਾਊਂਡ ਅਸ ਵਿਚ ਇਜ਼ ਅਗੇਂਸਟ ਅਸ। ਆਈ ਥਿੰਕ ਇਹੀ ਸਾਡੀ ਸਟਰੈਂਥ ਹੈ ਐਂਡ ਦਿਸ ਇਜ਼ ਵਾਟ ਇਜ਼ ਰਿਕੁਆਇਰਡ। ਜੋ ਅੱਜ ਸਾਈਕੋਲੋਜਿਸਟ ਗੱਲ ਕਰ ਰਹੇ ਨੇ ਕਿ ਜੇ ਲਾਈਫ ਵਿੱਚ ਤੁਸੀਂ ਐਕਚੁਅਲੀ ਸਕਸੈਸਫੁਲ ਹੋਣਾ ਹੈ, it is not about your IQ, it is not about your intelligence quotient, it is about your emotional quotient also and your adversity quotient as well. Emotional quotient means ਕਿ ਤੁਹਾਡੇ ਆਲੇ ਦੁਆਲੇ ਜੋ ਨੈਗੇਟਿਵ ਚੀਜ਼ਾਂ ਹੋ ਰਹੀਆਂ ਨੇ ਉਹ ਤੁਹਾਨੂੰ ਬਹੁਤ ਗਲਤ ਪਾਸੇ ਲੈ ਕੇ ਜਾਣਗੀਆਂ, ਬਟ ਤੁਹਾਨੂੰ ਬਹੁਤ ਪ੍ਰੋਵੋਕ ਕਰਨਗੀਆਂ, ਤੁਹਾਨੂੰ ਬਹੁਤ ਗੁੱਸਾ ਦਿਵਾਉਣਗੀਆਂ, ਬਟ ਤੁਸੀਂ ਆਪਣੀਆਂ ਇਮੋਸ਼ਨਸ ਨੂੰ ਕਿਸ ਤਰ੍ਹਾਂ ਕਾਬੂ 'ਤੇ ਰੱਖਣਾ ਹੈ। ਤੁਸੀਂ ਇੱਕ ਜਿਹੜੀ ਇੱਕ ਟੈਂਸ ਸਿਚੁਏਸ਼ਨ ਹੈ, ਇੱਕ ਕਨਫਲਿਕਚੁਅਲ ਸਿਚੁਏਸ਼ਨ ਹੈ ਜਾਂ ਇੱਕ ਬਹੁਤ ਅਗਰੈਸਿਵ ਸਿਚੁਏਸ਼ਨ ਹੈ, ਉਸ ਦੇ ਵਿੱਚੋਂ ਵੀ ਆਪਣਾ ਰਾਹ ਕਿਸ ਤਰ੍ਹਾਂ ਲੱਭਣਾ ਹੈ। ਸੋ ਕਨਫਲਿਕਟ ਮੈਨੇਜਮੈਂਟ, ਇਮੋਸ਼ਨਸ ਨੂੰ ਰੈਗੂਲੇਟ ਕਰਨਾ, ਆਪਣੀਆਂ ਨਾਲ ਦਿਆਂ ਨੂੰ ਜੇ ਕੋਈ ਇਸ ਤਰ੍ਹਾਂ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਦਿਸ ਇਜ਼ ਆਲ ਅ ਪਾਰਟ ਆਫ ਇਮੋਸ਼ਨਲ ਕੋਸ਼ੈਂਟ। ਐਂਡ ਸੈਕੰਡਲੀ ਜਿਹੜੀ ਚੀਜ਼ ਬਹੁਤ ਇੰਪੋਰਟੈਂਟ ਹੈ ਉਹ ਹੈ ਐਡਵਰਸਿਟੀ ਕੋਸ਼ੈਂਟ, ਜਿਹਨੂੰ ਅੱਜ ਕੱਲ੍ਹ ਗੱਲ ਕਰ ਰਹੇ ਨੇ ਸਾਰੇ AQ। ਇਟ ਮੀਨਸ ਕਿ ਜਦੋਂ ਵੀ ਲਾਈਫ ਦੀਆਂ ਸੈਟਬੈਕਸ ਨੇ, ਫੇਲੀਅਰਸ ਨੇ ਜਾਂ ਕੁਝ ਇਸ ਤਰ੍ਹਾਂ ਦੇ ਪੀਰੀਅਡਸ ਨੇ ਲਾਈਫ 'ਤੇ ਜਦੋਂ ਤੁਸੀਂ ਬਹੁਤ ਸਟੈਗਨੈਂਟ ਹੋ, ਗਰੋ ਨਹੀਂ ਕਰ ਰਹੇ, ਜਾਂ ਤੁਹਾਡੇ ਬਹੁਤ ਲਾਈਫ 'ਤੇ ਨੁਕਸਾਨ ਹੋ ਗਏ ਨੇ, ਬਹੁਤ ਡਿਫਿਕਲਟ ਟਾਈਮਸ ਦੇ ਵਿੱਚ ਤੁਸੀਂ ਲੰਘੇ ਹੋ, ਬਟ ਦੁਬਾਰਾ ਬਾਊਂਸ ਬੈਕ ਕਿਸ ਤਰ੍ਹਾਂ ਕਰਨਾ ਹੈ। ਜੇ ਜਿਹੜਾ ਬੰਦਾ ਡਿੱਗਿਆ ਹੈ, ਜਸਟ ਇਮੈਜਿਨ ਅ ਪਰਸਨ ਹੂ ਹੈਜ਼ ਲੋਸਟ ਐਵਰੀਥਿੰਗ ਇਨ ਲਾਈਫ, ਤੁਹਾਡੇ ਕੋਲ ਕੁਝ ਨਹੀਂ ਰਿਹਾ, ਯੂ ਹੈਵ ਲੋਸਟ ਐਵਰੀਥਿੰਗ, ਯੋਰ ਵੈਲਥ, ਯੋਰ ਨੇਮ, ਐਵਰੀਥਿੰਗ, ਬਟ ਪੋਜ਼ੀਟਿਵ ਸਾਈਕੋਲੋਜੀ ਕਹਿੰਦੀ ਹੈ ਕਿ ਦੇਰ ਇਜ਼ ਆਲਵੇਜ਼ ਸਮਥਿੰਗ ਟੂ ਬੀ ਹੋਪਫੁਲ ਫॉर, ਕਿ ਲਾਈਫ ਵਿੱਚ ਅਸੀਂ ਆਪਣੀ ਹੋਪ ਨਹੀਂ ਗਵਾਉਣੀ, ਆਪਣੇ ਆਪ ਨੂੰ ਰੈਜ਼ਿਲੀਐਂਟ ਬਣਾਉਣਾ ਹੈ ਕਿ ਜਿਸ ਤਰ੍ਹਾਂ ਅਸੀਂ ਬਾਲ ਥੱਲੇ ਸੁੱਟਦੇ ਹਾਂ ਉਹ ਥੱਪਾ ਖਾ ਕੇ ਉੱਪਰ ਆਉਂਦਾ ਹੈ, ਸਿਮਿਲਰਲੀ ਅਸੀਂ ਵੀ ਡਿੱਗ ਕੇ ਦੁਬਾਰਾ ਕਿਸ ਤਰ੍ਹਾਂ ਉੱਠਣਾ ਹੈ, ਔਖੇ ਟਾਈਮ ਦੇ ਵਿੱਚ ਅਸੀਂ ਦੁਬਾਰਾ ਆਪਣੇ ਆਪ ਨੂੰ ਰੀਬਿਲਡ ਕਿਸ ਤਰ੍ਹਾਂ ਕਰਨਾ ਹੈ, ਕੌਨਫੀਡੈਂਸ ਕਿਸ ਤਰ੍ਹਾਂ ਗੇਨ ਕਰਨਾ ਹੈ, ਐਂਡ ਫਿਰ ਅਸੀਂ ਬਰੇਵਲੀ ਲਾਈਫ ਨੂੰ, ਸਿਚੁਏਸ਼ਨਸ ਨੂੰ, ਦੁਨੀਆ ਨੂੰ ਕਿਸ ਤਰ੍ਹਾਂ ਫੇਸ ਕਰਨਾ ਹੈ ਆਫਟਰ ਹੈਵਿੰਗ ਲੋਸਟ ਐਵਰੀਥਿੰਗ। ਦੈਟ ਇਜ਼ ਇੰਪੋਰਟੈਂਟ। ਇਸ ਤਰੀਕੇ ਨਾਲ ਅਸੀਂ ਆਪਣੀ ਜਿਹੜੀ ਲਾਈਫ ਦੀ ਨੈਗੇਟਿਵਿਟੀ ਹੈ ਉਸ ਨੂੰ ਅਸੀਂ ਘਟਾ ਸਕਦੇ ਹਾਂ। ਐਂਡ ਆਈ ਥਿੰਕ ਜੇ ਅਸੀਂ ਸੋਚ ਲਈਏ ਕਿ ਮੈਂ ਆਪਣਾ ਸਾਥ ਦੇਣਾ ਹੈ, ਵੀ ਹੈਵ ਟੂ ਫਾਈਂਡ ਦ ਵਾਰੀਅਰ ਵਿਦਿਨ ਅਸ, ਜੋ ਕਿ ਅਸੀਂ ਨਹੀਂ ਕਰਦੇ, ਅਸੀਂ ਗਿਵ ਅਪ ਕਰ ਦਿੰਦੇ ਹਾਂ ਇਨ ਡਿਫਿਕਲਟ ਟਾਈਮਸ, ਇਨ ਹਾਰਡ ਟਾਈਮਸ। ਬਟ ਜੇ ਅਸੀਂ ਸੋਚ ਲਈਏ ਕਿ ਆਈ ਡੋਂਟ ਹੈਵ ਟੂ ਗਿਵ ਅਪ, ਆਈ ਹੈਵ ਟੂ ਫਾਈਟ, I can do it, I have to trust myself, and life ਅਜੇ ਜਿਸਨੂੰ ਕਹਿੰਦੇ ਨੇ ਕਿ ਅਭੀ ਪਿਕਚਰ ਬਾਕੀ ਹੈ, ਕਿ ਅਜੇ ਤਾਂ ਦੁਬਾਰਾ ਹੀਰੋ ਦੀ ਰੀ-ਐਂਟਰੀ ਹੋਣੀ ਹੈ। So that kind of attitude can help you sail the most tumultuous oceans। ਤਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਹਲੇ ਪਿਕਚਰ ਬਾਕੀ ਹੈ, ਤਾਂ ਹਲੇ ਅੱਗੇ ਦੀ ਹੋਰ ਜੋ ਜਾਣਕਾਰੀ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਣੇ ਇੱਕ ਛੋਟਾ ਜਿਹਾ ਬ੍ਰੇਕ। आजो मटका कुल्फी, आजो मटका कुल्फी, आजो खोया कुल्फी, आजो मलाई कुल्फी, आजो ਵੱਡੇ ਦਿਲ ਦੇ ਬੰਦੇ ਅਸੀਂ, ਵੱਡੇ ਸਾਡੇ ਕੰਮ, ਖੁਸ਼ੀਆਂ ਰਹਿੰਦੇ, ਖੁਸ਼ੀਆਂ ਵੰਡਦੇ, ਨਾਲੇ ਕਰਦੇ ਕਿ ਦੁਬਾਰਾ ਹੋ ਜਵੇ ਸੈਮ ਸੌਂਗ ਕਰਦੇ ਰਹਿੰਦੇ ਫਨ। ਓਏ ਆਜੋ ਸਾਡੇ ਸ਼ੋਅ ਤੇ ਕਰ ਲੋ ਤੁਸੀਂ ਵੀ ਫਨ ਤੇ ਮਸਤੀ, ਟਰੈਵਲ ਮਸਤੀ, ਹਾਂ ਹਾਂ ਟਰੈਵਲ ਮਸਤੀ।
ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਡਾਕਟਰ ਸਾਹਿਬ, ਸਵਾਲ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਬੈਲੈਂਸ ਨੂੰ ਕਿਵੇਂ ਬਣਾਇਆ ਜਾਵੇ? ਦੇਖੋ, ਲਾਈਫ ਇਜ਼ ਆਲ ਅਬਾਊਟ ਬੈਲੈਂਸ। ਤੇ ਜਦੋਂ ਵੀ ਲਾਈਫ ਵਿੱਚ ਇੰਬੈਲੈਂਸ ਆਉਂਦਾ ਹੈ ਉਹ ਇਸ ਲਈ ਆਉਂਦਾ ਹੈ ਕਿਉਂਕਿ ਅਸੀਂ ਕਿਸੇ ਵਨ ਪਰਟੀਕੂਲਰ ਚੀਜ਼ ਨੂੰ ਓਵਰ ਐਮਫਸਾਈਜ਼ ਕਰ ਦਈਦਾ ਹੈ। ਮੈਂ ਜਦੋਂ ਐਗਜ਼ਾਮਪਲ ਦਿੰਦੀ ਹੁੰਦੀ ਹਾਂ, ਜਿਸ ਤਰ੍ਹਾਂ ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋ, ਇੱਕ ਟੇਬਲ ਹੈ, ਜਿਸ ਤਰ੍ਹਾਂ ਇਹਦੀਆਂ 4 ਲੈਗਸ ਨੇ, ਤੇ ਇਸ ਨੂੰ ਇਸ ਤਰ੍ਹਾਂ ਕੰਸੀਡਰ ਕਰੋ ਕਿ ਇੱਕ ਲੈਗ ਜਿਹੜੀ ਹੈ ਦੈਟ ਇਜ਼ ਵਰਕ, ਤੁਹਾਡੀ ਪੜ੍ਹਾਈ, ਤੁਹਾਡਾ ਕੰਮਕਾਜ। ਸੈਕਿੰਡ ਇਜ਼ ਯੋਰ ਰਿਲੇਸ਼ਨਸ਼ਿਪਸ, ਥਰਡ ਇਜ਼ ਯੋਰ ਹੈਲਥ, ਤੇ ਫੋਰਥ ਇਜ਼ ਯੋਰ ਸਪਿਰਿਚੁਅਲ ਡਿਵੈਲਪਮੈਂਟ। ਹੁਣ ਤੁਸੀਂ ਇਸ ਤਰ੍ਹਾਂ ਵਿਜ਼ੂਅਲਾਈਜ਼ ਕਰੋ ਕਿ ਇਹ ਜਿਹੜੀਆਂ 2 ਲੱਤਾਂ ਨੇ ਟੇਬਲ ਦੀਆਂ, ਉਹ ਬਹੁਤ ਉੱਚੀਆਂ ਨੇ ਤੇ 2 ਬਹੁਤ ਨੀਵੀਆਂ ਨੇ। ਤੁਸੀਂ ਹੁਣ ਇਸ ਤਰ੍ਹਾਂ ਦੇ ਟੇਬਲ 'ਤੇ ਕੁਝ ਵੀ ਨਹੀਂ ਰੱਖ ਸਕਦੇ, ਜੋ ਵੀ ਰੱਖੋਗੇ ਉਹ ਫਾਲ ਡਾਊਨ ਹੋਏਗਾ। ਤੇ ਜਦੋਂ ਅਸੀਂ ਲਾਈਫ ਵਿੱਚ ਕਿਸੇ ਇੱਕ ਚੀਜ਼ ਨੂੰ ਓਵਰ ਐਮਫਸਾਈਜ਼ ਕਰ ਦਿੰਦੇ ਹਾਂ, ਦੂਸਰੀਆਂ ਚੀਜ਼ਾਂ ਨੂੰ ਅਸੀਂ ਨਿਗਲੈਕਟ ਕਰਦੇ ਹਾਂ, ਇਗਨੋਰ ਕਰਦੇ ਹਾਂ, ਉਦੋਂ ਲਾਈਫ ਦੇ ਵਿੱਚ ਇਕੁਇਲਿਬਰੀਅਮ ਖਰਾਬ ਹੁੰਦਾ ਹੈ, ਬੈਲੈਂਸ ਖਰਾਬ ਹੁੰਦਾ ਹੈ, ਤੁਹਾਡੇ ਅੰਦਰ ਬਾਇਓਲੋਜੀਕਲ ਚੇਂਜਸ ਵੀ ਇਸ ਤਰ੍ਹਾਂ ਆਉਂਦੀਆਂ ਨੇ। ਸੋ ਇਹਦੇ ਵਿੱਚ ਅਸੀਂ ਇਹ ਕਹਾਂਗੇ ਕਿ ਡੋਂਟ ਪੁੱਟ ਆਲ ਦੀ ਐਗਸ ਇਨ ਵਨ ਬਾਸਕਟ। ਲਾਈਫ ਦੇ ਸਾਰੇ ਚੀਜ਼ਾਂ ਨੂੰ ਜੇ ਤੁਸੀਂ ਬਰਾਬਰ ਅਹਿਮੀਅਤ ਦਿਓਗੇ, ਬਰਾਬਰ ਇੰਪੋਰਟੈਂਸ ਦਿਓਗੇ ਕਿ ਯੈਸ ਮੈਂ ਆਪਣੀ ਪੜ੍ਹਾਈ ਲਿਖਾਈ ਵੀ ਕਰਨੀ ਆ, ਮੇਰੇ ਰਿਲੇਸ਼ਨਸ਼ਿਪਸ ਵੀ ਅੱਛੇ ਹੋਣੇ ਚਾਹੀਦੇ ਨੇ, ਮੈਂ ਆਪਣੇ ਪੇਰੈਂਟਸ ਨਾਲ ਟਾਈਮ ਸਪੈਂਡ ਕਰਨਾ ਹੈ, ਆਪਣੇ ਲਵਡ ਵਨਸ ਨਾਲ ਕੁਆਲਿਟੀ ਟਾਈਮ ਸਪੈਂਡ ਕਰਨਾ ਹੈ, ਮੈਂ ਪਾਠ ਪੂਜਾ ਵੀ ਕਰਨਾ ਹੈ, ਮੈਂ ਮੈਡੀਟੇਸ਼ਨ ਵੀ ਕਰਨੀ ਆ, ਇੱਕ ਹੈਲਦੀ ਲਾਈਫ ਵੀ ਚਾਹੀਦੀ ਆ, ਐਕਸਰਸਾਈਜ਼ ਵੀ ਕਰਨੀ ਆ, ਡਾਇਟ ਵੀ ਅੱਛੀ ਲੈਣੀ ਆ। I think they all contribute to the balance in life, not just over emphasizing or exaggerating the importance of one particular thing। ਤੇ ਜੇ ਸਪੋਜ਼ ਇੱਕ ਲੱਤ ਟੇਬਲ ਦੀ ਟੁੱਟ ਵੀ ਜਾਂਦੀ ਆ ਤੇ 3 ਲੱਤਾਂ ਤੇ ਫਿਰ ਵੀ ਟੇਬਲ ਕੁਛ ਨਾ ਕੁਛ ਤੇ ਕੰਮ ਦੇ ਦੇਗਾ। ਬਿਲਕੁਲ ਜੀ, ਬਿਲਕੁਲ। ਡਾਕਟਰ ਸਾਹਿਬ ਦੀਆਂ ਇਹਨਾਂ ਗੱਲਾਂ ਤੋਂ ਮੈਨੂੰ ਇੱਕ ਸ਼ੇਰ ਯਾਦ ਆ ਰਿਹਾ ਹੈ, ਜਿਹਦੇ 'ਚ ਕਿ ਸ਼ਾਇਰ ਕਹਿੰਦਾ ਹੈ ਕਿ ਜ਼ਿੰਦਗੀ ਕੇ ਅਜ਼ਾਰੇ ਮੇਂ ਕਿਆ ਗਮ ਹੈ, ਹਮ ਹੀ ਹਮ ਹੈ ਤੋ ਕਿਆ ਹਮ ਹੈ, ਔਰ ਤੁਮ ਹੀ ਤੁਮ ਹੋ ਤੋ ਕਿਆ ਤੁਮ ਹੋ। ਤਾਂ ਜ਼ਿੰਦਗੀ ਦੇ ਸਾਰੇ ਜਿਹੜੇ ਮਿਆਰ ਨੇ ਉਹਨਾਂ ਨੂੰ ਬਰਾਬਰ ਲੈ ਕੇ ਜ਼ਰੂਰ ਚੱਲਣਾ ਚਾਹੀਦਾ। ਪਰ ਡਾਕਟਰ ਸਾਹਿਬ, ਇੱਕ ਗੱਲ ਜ਼ਰੂਰ ਹੈ ਕਿ ਲੋਕਾਂ ਦੇ ਵਿੱਚ ਅੱਜ ਕੱਲ੍ਹ ਨਾ ਦਿਖਾਵਾ ਬਹੁਤ ਜ਼ਿਆਦਾ ਆ ਚੁੱਕਿਆ। ਤਾਂ ਲੋਕਾਂ ਦੇ ਵਿੱਚ ਜਿਹੜਾ ਦਿਖਾਵਾ ਹੈ ਕਿਤੇ ਨਾ ਕਿਤੇ ਕਾਰਨ ਬਣ ਜਾਂਦਾ ਹੈ ਈਰਖਾ ਦਾ। ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ। ਇਸ ਪ੍ਰਸ਼ਨ ਦਾ ਉੱਤਰ ਮੈਂ ਦੇਣਾ ਚਾਹਾਂਗੀ ਇੱਕ ਇਲਸਟ੍ਰੇਸ਼ਨ ਦੇ ਨਾਲ। ਜਿਵੇਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇੱਕ ਸਨਫਲਾਵਰ ਹੈ, ਇਹਦੀਆਂ ਯੈਲੋ ਪੱਤੀਆਂ ਨੇ। ਜੇ ਅਸੀਂ ਇਹਨਾਂ ਨੂੰ ਅੰਡਰਸਟੈਂਡ ਕਰੀਏ ਤੇ ਇਹ ਸਾਡੀਆਂ ਇੱਕ ਆਈਡੈਂਟੀਟੀਜ਼ ਨੇ, ਜਿਨ੍ਹਾਂ ਵਿੱਚ ਅਸੀਂ ਰੁਲੇ ਰਹਿੰਦੇ ਹਾਂ, ਗਵਾਚੇ ਰਹਿੰਦੇ ਹਾਂ। ਆਪਣੀ ਲਾਈਫ ਨੂੰ ਅਸੀਂ ਇੱਕ ਐਸੇ ਮੈਡ ਰੇਸ ਦੀ ਤਰ੍ਹਾਂ ਲੀਡ ਕਰ ਰਹੇ ਹਾਂ ਤਾਂ ਕਿ ਇਹ ਜਿਹੜੀਆਂ ਯੈਲੋ ਪੱਤੀਆਂ ਨੇ ਹੋਰ ਨਿਖਰਨ, ਹੋਰ ਬ੍ਰਾਈਟ ਹੋਣ। ਇਹ ਸਾਡੇ ਲੇਬਲਸ ਨੇ, ਜਿਸ ਤਰ੍ਹਾਂ ਕਿ ਮੈਂ ਕਿਹੜੀ ਕਾਰ ਚਲਾਉਣਾ ਹੈ, ਮੇਰਾ ਘਰ ਕਿੱਥੇ ਹੈ, ਮੇਰੀ ਪ੍ਰੋਪਰਟੀ, ਮੇਰੀ ਰਿਲੇਸ਼ਨਸ਼ਿਪਸ, ਮੇਰੀ ਵਾਈਫ, ਮੇਰਾ ਹਸਬੈਂਡ, ਮੇਰੇ ਬੱਚੇ, ਮੇਰੇ ਭੈਣ ਭਰਾ, ਮੇਰੀ ਰੈਪੂਟੇਸ਼ਨ, ਮੇਰੀ ਇੱਕ ਸੁਸਾਇਟੀ ਦੇ ਵਿੱਚ ਪੋਜੀਸ਼ਨ, ਮੇਰਾ ਬੈਂਕ ਬੈਲੈਂਸ। ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਗੁਆਚੇ ਰਹਿੰਦੇ ਹਾਂ। ਇਹਨਾਂ ਚੀਜ਼ਾਂ ਕਰਕੇ ਅਸੀਂ ਆਪਣੀ ਲਾਈਫ ਦਾ ਬੈਲੈਂਸ ਜਿਹੜਾ ਉਹ ਵਿਗਾੜਿਆ ਹੋਇਆ ਹੈ। ਰਾਦਰ ਸਾਨੂੰ ਜੋ ਇੱਕ ਨਰਚਰ ਕਰਨਾ ਚਾਹੀਦਾ ਹੈ, ਦੈਟ ਇਜ਼ ਆਰ ਟਰੂ ਸੈਲਫ, ਵਿਚ ਇਜ਼ ਦੀ ਬਰਾਊਨ ਪਾਰਟ, ਜਿਹੜਾ ਇਹਨਾਂ ਸਾਰੀਆਂ ਪੱਤੀਆਂ ਨੂੰ ਹੋਲਡ ਕਰਦਾ ਹੈ। ਪ੍ਰੋਬਲਮ ਉਦੋਂ ਆ ਰਹੀ ਹੈ ਜਦੋਂ ਅਸੀਂ ਬਰਾਊਨ ਪਾਰਟ ਨੂੰ ਇਗਨੋਰ ਕਰ ਰਹੇ ਹਾਂ ਤੇ ਇਹ ਯੈਲੋ ਜਿਹੜੀ ਪੋਰਸ਼ਨ ਹੈ ਇਹਦੇ ਵਿੱਚ ਗਵਾਚੇ ਹੋਏ ਹਾਂ। ਹੁਣ ਦ ਰਿਐਲਿਟੀ ਆਫ ਲਾਈਫ ਇਜ਼ ਕਿ ਜਿਹੜਾ ਯੈਲੋ ਹੈ ਉਹ ਵਿਦਆਊਟ ਬਰਾਊਨ ਐਗਜ਼ਿਸਟ ਨਹੀਂ ਕਰ ਸਕਦਾ। ਅਸੀਂ ਲੋਕਾਂ ਦੇ ਵਿੱਚ ਲੋਕਾਂ ਨੂੰ ਖੁਸ਼ ਕਰਕੇ, ਲੋਕਾਂ ਦੇ ਵਿਖਾਲੇ ਕਰਕੇ, ਜਾਂ ਲੋਕਾਂ ਦੀ ਫੀਡਬੈਕ ਕਰਕੇ ਕਿ ਕੌਣ ਕੀ ਕਹਿ ਰਿਹਾ ਹੈ ਜਾਂ ਕੌਣ ਕੀ ਸਮਝ ਰਿਹਾ ਹੈ, ਮੈਂ ਕਿਸ ਤਰ੍ਹਾਂ ਕਿਸੇ ਨੂੰ ਇੰਪ੍ਰੈਸ ਕਰਨਾ ਹੈ, ਉਹਨਾਂ ਚੀਜ਼ਾਂ ਕਰਕੇ ਅਸੀਂ ਆਪਣੇ ਸੈਲਫ ਨੂੰ ਡਿਵੈਲਪ ਨਹੀਂ ਕਰਦੇ। ਅਸੀਂ ਆਪਣੀ ਸੈਲਫ 'ਤੇ ਕੌਨਸਨਟਰੇਟ ਨਹੀਂ ਕਰਦੇ। ਅਸੀਂ ਆਪਣੇ ਰੀਅਲ ਸੈਲਫ ਤੋਂ ਭਟਕ ਗਏ ਅਤੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਆਊਟਸਾਈਡ ਲੇਅਰਸ ਨੇ ਇਹਨਾਂ ਨੂੰ ਅਸੀਂ ਡਿਵੈਲਪ ਕਰਦੇ ਰਹੇ। ਤੇ ਬਟ ਜਿਹੜਾ ਯੈਲੋ ਪਾਰਟ ਹੈ ਉਹ ਵਿਦਆਊਟ ਬਰਾਊਨ ਐਗਜ਼ਿਸਟ ਨਹੀਂ ਕਰ ਸਕਦਾ। ਹੁਣ ਸੋਚ ਕੇ ਦੇਖੋ, ਜੇ ਬਰਾਊਨ ਪਾਰਟ ਨਹੀਂ ਹੈ ਤੇ ਇਕੱਲਾ ਯੈਲੋ ਹੈ, ਇਹ ਸਾਰੀਆਂ ਪੱਤੀਆਂ ਖਿੱਲਰ ਜਾਣਗੀਆਂ। ਬਟ ਜਿਹੜਾ ਬਰਾਊਨ ਹੈ ਉਹ ਬਿਨਾਂ ਯੈਲੋ ਤੋਂ ਵੀ ਰਹਿ ਸਕਦਾ ਹੈ। ਹੁਣ ਜੇ ਤੁਸੀਂ ਬਰਾਊਨ ਪਾਰਟ 'ਤੇ ਕੌਨਸਨਟਰੇਟ ਕਰੋਗੇ, ਆਪਣੇ ਸੈਲਫ ਦੇ ਵਿੱਚ ਰਹੋਗੇ, ਉੱਥੇ ਨਾ ਤਾਂ ਕੋਈ ਈਰਖਾ ਹੈ, ਨਾ ਉੱਥੇ ਕੋਈ ਵਿਖਾਲਾ ਆਏਗਾ, ਨਾ ਤੁਹਾਡਾ ਦਿਲ ਕਰੇਗਾ ਕਿ ਮੈਂ ਇੱਕ ਵਨ ਅਪਮੈਨਸ਼ਿਪ ਆਪਣੇ ਆਪ ਨੂੰ ਬੈਟਰ ਪ੍ਰੂਵ ਕਰਾਂ ਕਿਸੇ ਦੇ ਨਾਲੋਂ, ਨਾ ਤੁਹਾਡਾ ਕਿਸੇ 'ਤੇ ਗੁੱਸਾ ਆਏਗਾ। ਸੋ ਵੀ ਹੈਵ ਫੋਰਗੋਟਨ ਐਕਚੁਅਲੀ ਹਾਊ ਟੂ ਲਿਵ ਵਿਦ ਆਰ ਸੈਲਵਸ, ਹਾਊ ਟੂ ਬੀ ਟਰੂ ਟੂ ਆਰ ਸੈਲਵਸ, ਹਾਊ ਟੂ ਨਰਚਰ ਆਰ ਸੈਲਵਸ। ਸੋ ਮਾਈ ਸਜੈਸ਼ਨ ਇਜ਼ ਕਿ ਰਾਦਰ ਦੈਨ ਬੀਇੰਗ ਲੋਸਟ ਇਨ ਦ ਲੇਅਰਸ, ਜਿਹੜੀਆਂ ਕਿ ਉੱਪਰਲੀਆਂ ਤਹਿਾਂ ਨੇ ਲੋਕ ਵਿਖਾਲੇ ਦੀਆਂ ਜਾਂ ਇੱਕ ਸਮਾਜ ਦੇ ਵਿੱਚ ਵਿਚਰਨ ਦੀਆਂ, ਜੋ ਕਿ ਜਦੋਂ ਨਹੀਂ ਰਹਿੰਦੀਆਂ ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ, ਡਿਪਰੈਸ਼ਨ ਹੋ ਜਾਂਦਾ ਹੈ, ਸਾਡਾ ਮਰਨ ਨੂੰ ਜੀ ਕਰਦਾ ਹੈ। ਉਹਨਾਂ ਨੂੰ ਛੱਡ ਕੇ ਅਸੀਂ ਆਪਣੇ ਇਨਰ ਕੋਰ ਦੇ ਨਾਲ ਜੁੜੀਏ,
ਆਪਣੇ ਸੈਲਫ ਨੂੰ ਡਿਵੈਲਪ ਕਰੀਏ ਤੇ ਉੱਥੋਂ ਹੀ ਆਪਰੇਟ ਕਰੀਏ। ਇਫ ਐਵਰੀਬਡੀ ਸਟਾਰਟਸ ਆਪਰੇਟਿੰਗ ਫਰੋਮ ਦ ਸੈਲਫ, ਆਈ ਥਿੰਕ ਬਹੁਤ ਸਾਰੀਆਂ ਜਿਹੜੀਆਂ ਮੈਂਟਲ ਹੈਲਥ ਇਸ਼ੂਜ਼ ਨੇ ਉਹ ਸੋਲਵ ਹੋ ਜਾਣਗੀਆਂ। ਆਈ ਥਿੰਕ ਕੋਈ ਰਹੇਗੀ ਨਹੀਂ, ਕਿਉਂਕਿ ਉੱਥੇ ਸਿਰਫ ਪ੍ਰੋਸਪੈਰਿਟੀ ਹੈ, ਗਰੋਥ ਹੈ, ਹੈਪੀਨੈਸ ਹੈ, ਵੈਲਬੀਂਗ ਹੈ। ਤਾਂ ਡਾਕਟਰ ਸਾਹਿਬ ਤੁਸੀਂ ਬਹੁਤ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਵਾਸਤੇ ਕੁਝ ਹੈਲਥੀ ਟਿਪਸ ਜ਼ਰੂਰ ਦਿਓ ਜੀ। ਇਹਦੇ ਵਿੱਚ ਜਿਹੜਾ ਇੱਕ ਆਨਸਰ ਹੈ ਦੈਟ ਇਜ਼ ਡਿਵੈਲਪਿੰਗ ਅ ਬੈਟਰ ਸੈਲਫ। ਅਸੀਂ ਸਾਰੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ ਬਟ ਆਪਣੇ ਸੈਲਫ ਵੱਲ ਅਸੀਂ ਬਿਲਕੁਲ ਹੀ ਇਗਨੋਰੈਂਟ ਰਹਿੰਦੇ ਹਾਂ। ਅਸੀਂ ਆਪਣੇ ਆਪ ਨੂੰ ਔਨਰ ਨਹੀਂ ਕਰਦੇ। ਔਨਰ ਡਜ਼ਨਟ ਮੀਨ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਬੜਾਵਾ ਦੇਣਾ ਜਾਂ ਆਪਣੇ ਆਪ ਬਾਰੇ obsessed ਹੋਣਾ। ਔਨਰਿੰਗ ਵਨ ਸੈਲਫ ਇਜ਼ ਵੈਰੀ ਇੰਪੋਰਟੈਂਟ ਟੂ ਵਨਸ ਵੈਲਬੀਂਗ। ਇਹਦਾ ਮਤਲਬ ਹੈ ਕਿ ਜਿਸ ਤਰ੍ਹਾਂ ਅਸੀਂ ਕਿਸੇ ਆਪਣੇ ਲਵਡ ਵਨ ਦਾ ਖਿਆਲ ਰੱਖਦੇ ਹਾਂ, ਜਿਸ ਤਰ੍ਹਾਂ ਘਰ ਦਾ ਇੱਕ ਬੱਚਾ ਹੈ, ਉਹਨੂੰ ਕਹਿੰਦੇ ਹਾਂ ਕਿ ਟਾਈਮ 'ਤੇ ਸੌਂ ਜਾ, ਅੱਛਾ ਖਾ, ਅੱਛੀਆਂ ਚੀਜ਼ਾਂ ਪੜ੍ਹ, ਅੱਛੀਆਂ ਐਕਟੀਵਿਟੀਜ਼ ਪਾਰਟੀਸਿਪੇਟ ਕਰ। ਅਸੀਂ ਉਹਨੂੰ ਬੂਸਟ ਅਪ ਕਰਦੇ ਹਾਂ। ਜੇ ਉਹ ਲੋ ਫੀਲ ਕਰੇ ਅਸੀਂ ਉਹਨੂੰ ਪੈਂਪਰ ਕਰਦੇ ਹਾਂ, ਉਹਦਾ ਕੌਨਫੀਡੈਂਸ ਵਧਾਉਂਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਆਪ ਨਾਲ ਵੀ ਕਰਨੀਆਂ ਨੇ। ਵੀ ਹੈਵ ਟੂ ਟਰੀਟ ਆਰਸੈਲਵਸ ਲਾਈਕ ਦ ਪਰਸਨ ਵੀ ਲਵ ਦ ਮੋਸਟ ਐਂਡ ਦੈਨ ਵੀ ਹੈਵ ਟੂ ਐਕਸੈਪਟ ਆਰਸੈਲਵਸ। ਅਸੀਂ ਸੈਲਫ ਐਕਸੈਪਟੈਂਸ ਨਹੀਂ ਹੈ। ਸਾਨੂੰ ਕਿਸੇ ਨੇ ਥੋੜ੍ਹਾ ਜਿਹਾ ਕਹਿ ਦਿੱਤਾ ਕਿ ਤੂੰ ਕਾਲਾ ਲੱਗ ਰਿਹਾ ਹੈ ਜਾਂ ਤੂੰ ਮੋਟਾ ਲੱਗ ਰਿਹਾ ਹੈ, ਸਾਡਾ ਉਸੇ ਮਿੰਟ ਦੇ ਵਿੱਚ ਕੌਨਫੀਡੈਂਸ ਘੱਟ ਜਾਂਦਾ ਹੈ। ਵੀ ਡੋਂਟ ਐਕਸੈਪਟ ਆਰਸੈਲਵਸ ਵਿਦ ਆਰ ਫਲॉज। ਹਰ ਇਨਸਾਨ ਦੇ ਵਿੱਚ ਫਲॉज ਨੇ, ਕੁਝ ਗਲਤੀਆਂ ਨੇ, ਕੁਝ ਇੰਪਰਫੈਕਸ਼ਨਸ ਨੇ। ਆਪਣੇ ਆਪ ਨੂੰ ਐਕਸੈਪਟ ਕਰਨਾ ਬਹੁਤ ਇੰਪੋਰਟੈਂਟ ਚੀਜ਼ ਹੈ ਟੂ ਹੈਵ ਅ ਸਟੇਬਲ ਮੈਂਟਲ ਹੈਲਥ। ਦੈਨ ਫੋਰਗਿਵਨੈਸ। ਸਾਡੇ ਕੋਲੋਂ ਗਲਤੀਆਂ ਵੀ ਹੋਣਗੀਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਲਾਈਫ 'ਚ ਨਹੀਂ ਕਰ ਪਾਵਾਂਗੇ, ਉਹਨਾਂ ਚੀਜ਼ਾਂ ਨੂੰ ਐਗਜ਼ੈਜਰੇਟ ਨਾ ਕਰਦੇ ਹੋਏ ਆਪਣੇ ਆਪ ਨੂੰ ਮਾਫ ਕਰਨਾ ਤੇ ਜੋ ਚੀਜ਼ਾਂ ਅਸੀਂ ਕਰ ਲਈਆਂ ਨੇ ਲਾਈਫ ਦੇ ਵਿੱਚ ਉਹਨਾਂ ਬਾਰੇ ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਕਿ ਜੋ ਕਰ ਪਾਏ ਉਹਨਾਂ ਵੱਲ ਧਿਆਨ ਦਿਓ, ਨਾ ਕਿ ਜੋ ਨਹੀਂ ਕਰ ਪਾਏ। ਦੈਟ ਇਜ਼ ਅਗੇਨ ਵੈਰੀ ਇੰਪੋਰਟੈਂਟ। ਦੈਨ ਅ ਫੀਲਿੰਗ ਆਫ ਗ੍ਰੈਟੀਟਿਊਡ ਆਪਣੇ ਵਾਸਤੇ ਵੀ ਕਿ ਜੋ ਤੁਸੀਂ ਕਰ ਪਾਏ ਉਹਦੇ ਲਈ ਵੀ ਆਪਣੇ ਆਪ ਨੂੰ ਥੈਂਕਫੁਲ ਹੋ। ਆਪਣੇ ਆਪ ਨੂੰ ਕਹੋ ਕਿ ਸ਼ਾਬਾਸ਼ ਮੈਂ ਇਹ ਕਰ ਲਿਆ। ਐਂਡ ਬੀ ਗ੍ਰੇਟਫੁਲ ਟੂ ਐਵਰੀਬਡੀ ਐਲਸ ਹੂ ਇਜ਼ ਹੈਲਪਿੰਗ ਯੂ ਔਨ ਦਿਸ ਪਲੈਨਟ ਕਿ ਇਸ ਜਰਨੀ ਨੂੰ ਅਕੰਪਲਿਸ਼ ਕਰਨ ਲਈ ਜੋ ਤੁਹਾਨੂੰ ਫੈਸਿਲਿਟੀਜ਼ ਮਿਲੀਆਂ, ਜੋ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ, ਨੇਚਰ ਵੱਲੋਂ, ਤੁਹਾਡੇ ਸੰਗੀ ਸਾਥੀਆਂ ਵੱਲੋਂ, ਤੁਹਾਡੇ ਭੈਣ ਭਰਾਵਾਂ ਵੱਲੋਂ, ਤੁਹਾਡੇ ਰਿਸ਼ਤੇਦਾਰਾਂ ਵੱਲੋਂ ਜੋ ਤੁਹਾਨੂੰ ਸੁਵਿਧਾਵਾਂ ਮਿਲੀਆਂ, ਸੁੱਖ ਮਿਲਿਆ, ਬੀ ਗ੍ਰੇਟਫੁਲ ਫॉर दैट। ਸੋ ਥੀਜ਼ ਆਰ ਸਮ ਆਫ ਦ ਫਿਊ ਥਿੰਗਸ ਜੇ ਅਸੀਂ ਉਹਨਾਂ ਨੂੰ ਪ੍ਰੈਕਟਿਸ ਕਰ ਲਈਏ ਵੀ ਕੈਨ ਹੈਵ ਅ ਵੈਰੀ ਗੁੱਡ ਮੈਂਟਲ ਹੈਲਥ। ਮੇਰੇ ਜ਼ਹਿਨ ਦੇ ਵਿੱਚ ਫੈਜ਼ ਅਹਿਮਦ ਫੈਜ਼ ਸਾਹਿਬ ਦਾ ਇੱਕ ਸ਼ੇਰ ਵੀ ਯਾਦ ਆ ਰਿਹਾ ਹੈ ਕਿ ਗਿਣ तो लेते हैं हम उंगलियों पर गुनाह, गिन तो लेते हैं हम उंगलियों पर गुनाह, मगर उसकी रहमतों का हिसाब कहाँ से ले। ਤਾਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੇ ਵਾਸਤੇ ਬਹੁਤ ਸਾਰੀਆਂ ਮੁਸ਼ੱਕਤਾਂ ਜ਼ਰੂਰ ਆਉਂਦੀਆਂ ਨੇ, ਮਗਰ ਸਾਡੇ ਵਾਸਤੇ ਇਹ ਬੜੀ ਗੱਲ ਹੁੰਦੀ ਆ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਨੂੰ ਟੈਕਲ ਕਰਾਂਗੇ। ਤੇ ਅੱਜ ਡਾਕਟਰ ਸਾਹਿਬ ਨੇ ਬਹੁਤ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਅੱਜ ਸਾਡੇ ਨਾਲ ਜੁੜਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਮੈਂ ਵੀ ਬਹੁਤ ਧੰਨਵਾਦੀ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਦਾ, ਜੋ ਕਿ ਬਹੁਤ ਅੱਛੇ ਉਪਰਾਲੇ ਕਰਦੇ ਹੋਏ ਬਹੁਤ ਅੱਛੇ ਪ੍ਰੋਗਰਾਮ ਦਰਸ਼ਕਾਂ ਤੱਕ ਲੈ ਕੇ ਜਾਂਦੇ ਨੇ। ਧੰਨਵਾਦ ਜੀ। ਧੰਨਵਾਦ ਜੀ। ਤੇ ਸਾਡੇ ਪਿਆਰੇ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਹੈਲਦੀ ਲਾਈਫ ਦੇ ਵਿੱਚ, ਤੁਹਾਡੇ ਸਾਰਿਆਂ ਦੇ ਵਾਸਤੇ ਦੁਬਾਰਾ ਤੋਂ ਇੱਕ ਵਾਰ ਦੱਸ ਦਵਾਂ ਕਿ ਇਸ ਖਾਸ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਓਨਲੀ ਔਨ ਚੜ੍ਹਦੀ ਕਲਾ ਟਾਈਮ ਟੀਵੀ ਤੇ। Healthy life, healthy life.